ਕੀ ਪੰਜਾਬ ਭਾਜਪਾ ਦਾ ਇੱਕ ਵਫਦ ਜਾ ਕੇ ਜਿਹੜਾ ਮੋਰਚਾ ਲੱਗਿਆ ਉੱਥੇ ਵੀ ਮੁਲਾਕਾਤ ਕਰੇਗਾ? ਇਹ ਤੁਹਾਡਾ ਪੁਆਇੰਟ ਹੈ, ਮੈਂ ਜ਼ਰੂਰ ਆਪਣੀ ਲੀਡਰਸ਼ਿਪ ਤੇ ਅੱਗੇ ਰੱਖ ਦਵਾਂਗਾ ਕਿ ਅਸੀਂ ਵੀ ਚਾਹੁੰਦੇ ਹਾਂ, ਪਰ ਅਸੀਂ ਇੱਕ ਸਟੇਟ ਲੈਵਲ ਯੂਨਿਟ ਹੈਗੇ ਆ, ਸਾਨੂੰ ਵੀ ਸੈਂਟਰ ਨੂੰ ਕੁਝ ਨਾ ਕੁਝ ਕਹਿਣਾ ਪਏਗਾ ਨਾ। ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਮੋਰਚੇ ਤੇ ਗਏ ਜਾਂ ਜਾਣਗੇ? ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਈ ਰਜਿੰਦਰ ਸਿੰਘ ਮਹਿਤਾ ਤੇ ਬਹੁਤ ਸਾਰੇ ਹੋਰ ਆਗੂ, ਈਵਨ ਕਰਨੈਲ ਸਿੰਘ ਪੰਜੌਲੀ ਹੋਰੀ ਉਸ ਤੋਂ ਪਹਿਲਾਂ ਲਗਾਤਾਰ ਅਕਾਲੀ ਦਲ ਦੇ ਜਿਹੜੇ ਆਗੂ ਸਾਹਿਬਾਨ ਨੇ ਉੱਥੇ ਜਾ ਰਹੇ ਨੇ। ਕੀ ਕਾਂਗਰਸ ਦਾ ਵਫਦ ਵੀ ਜਾਏਗਾ? ਤੁਸੀਂ ਕਿਸੇ ਧਰਨੇ ਤੇ ਬਿਨ ਬੁਲਾਏ ਜਾਓ ਤੇ ਤੁਹਾਨੂੰ ਨੁਕਸਾਨ ਹੁੰਦਾ। ਦੇਖੋ ਸਾਨੂੰ ਜੇ ਬੁਲਾਉਂਦੇ ਆ ਅਸੀਂ ਜ਼ਰੂਰ ਜਾਵਾਂਗੇ। ਤੁਸੀਂ ਅਰਜੀ ਭੇਜ ਦਿਓ ਕਿ ਅਸੀਂ ਆਉਣਾ ਚਾਹੁੰਦੇ। ਨਾ ਦੇਖੋ, ਤੁਸੀਂ ਕਿਸੇ ਵਿਆਹ ਤੇ ਜਾਣਾ, ਤੁਸੀਂ ਅਰਜੀ ਥੋੜੀ ਭੇਜਣੀ ਹੁੰਦੀ ਹੈ, ਉਹ ਤੁਹਾਨੂੰ ਵਿਆਹ ਤੇ ਇਨਵਾਈਟ ਕਰਦੇ। ਵਿਆਹ ਥੋੜੀ ਹੈ ਨਾ, ਮੈਂ ਬੇਨਤੀ ਕਰ ਰਿਹਾ ਨਾ, ਬੇਨਤੀ ਸੁਣੋ, ਵਿਆਹ ਦੀ ਗੱਲ ਨਹੀਂ ਕਰ ਮੈਂ, ਉਹ ਵਿਆਹ ਥੋੜੀ ਹੈ, ਉਸ ਧਰਨੇ ਦੇ ਜ਼ਖਮ ਨੇ। ਪੂਰੀ ਬੀਜੇਪੀ ਪੰਜਾਬ ਇਸ ਗੱਲ ਦੇ ਹੱਕ ਦੇ ਵਿੱਚ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਕਿਉਂ ਨਹੀਂ ਬੰਦੀ ਸਿੰਘ ਰਿਹਾ ਹੋ ਸਕੇ? ਉਹਨਾਂ ਦੀਆਂ ਜੈਨੂਇਨ ਡਿਮਾਂਡਸ ਨੇ, ਉਹ ਡਿਮਾਂਡਸ ਜਿਹੜੀਆਂ ਨੇ ਸਟੇਟ ਗਵਰਨਮੈਂਟ ਉਹਨਾਂ ਨੂੰ ਪੂਰਾ ਨਹੀਂ ਕਰ ਸਕੀ। ਆਮ ਆਦਮੀ ਪਾਰਟੀ ਨੇ ਕੁਝ ਇਹਨਾਂ ਨੂੰ ਦਿੱਤੀਆਂ ਸੀਗੇ, ਇਹਨਾਂ ਨੂੰ ਕੁਝ ਪ੍ਰੋਮਿਸਿਸ ਦਿੱਤੇ ਸੀਗੇ, ਉਹ ਪ੍ਰੋਮਿਸਿਸ ਜਿਹੜੇ ਨੇ ਉਹ ਪੂਰੇ ਨਹੀਂ ਹੋਏ। ਬੰਦੇ ਹੈ ਨਹੀਂ ਸੀਗੇ ਜਿਹੜੇ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਸਕਣ। ਜਿਹੜੀ ਪੁਲਿਸ ਹੈ ਉੱਥੋਂ ਦੀ ਦੌੜ ਗਈ, ਹੁਣ ਦੂਸਰੀ ਪੁਲਿਸ ਆਈ ਹੈ। ਗਵਰਨਮੈਂਟ ਨੂੰ ਅਪੀਲ ਕਰਾਂਗਾ ਕਿ ਇਸ ਤਰੀਕੇ ਦੇ ਨਾਲ ਇਹਨੂੰ ਜ਼ਿਆਦਾ ਦੇਰ ਵਧਣ ਨਾ ਦੇਣ। ਰਿਲੀਜ਼ ਕਿਹਨਾਂ ਨੇ ਕਰਨੇ ਆ? ਦੇਖੋ ਇਹ ਸੈਂਟਰ ਸਰਕਾਰ ਦੇ ਅਖਤਿਆਰ ਦੇ ਵਿੱਚ, ਲੇਕਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਕੇਸ ਹੈ ਉਹ ਕੇਜਰੀਵਾਲ ਸਾਹਿਬ ਜਿਹੜੇ ਆ ਉਹਨਾਂ ਦੀ ਟੇਬਲ ਦੇ ਉੱਤੇ ਪਿਆ, ਦਿੱਲੀ ਦੇ ਮੁੱਖ ਮੰਤਰੀ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਰਜੀਮ ਸੀ ਤਾਂ ਜਦੋਂ ਹਵਾਰਾ ਹੋਰਾਂ ਨੂੰ ਇੱਥੇ ਸ਼ਿਫਟ ਕਰਨਾ ਸੀ ਤਾਂ ਖਤਰਾ ਦੱਸ ਕੇ ਉਹਨਾਂ ਨੂੰ ਇੱਥੇ ਲਿਆਉਣ ਤੋਂ ਇਨਕਾਰੀ ਕਾਂਗਰਸ ਸਰਕਾਰ ਹੋ ਗਈ ਸੀ। ਜੇ ਮੈਂ ਗਲਤ ਹਾਂ ਤਾਂ ਤੁਸੀਂ ਜਵਾਬ ਦੇ ਸਕਦੇ। ਕਾਂਗਰਸ ਨੇ ਕਦੀ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕੀਤਾ ਤੇ ਰਾਹੁਲ ਗਾਂਧੀ ਜੀ ਜਾਂ ਪ੍ਰਿੰਕਾ ਗਾਂਧੀ ਨੇ ਜਿਹੜਾ ਉਹਨਾਂ ਨੂੰ ਮਾਫ ਕੀਤਾ ਸੀਗਾ, ਪਰ ਉਹ ਪ੍ਰੋਸੈਸ ਹੈ, ਉਹਦੇ ਵਿੱਚ ਵੀ ਉਹਨਾਂ ਨੂੰ ਬੇਲ ਮਿਲੀ, ਉਸ ਤੋਂ ਬਾਅਦ ਉਹ ਰਿਹਾ ਹੋ ਕੇ ਬਾਹਰ ਆਏ। ਬਿੱਟੂ ਜੀ ਨੇ ਅੱਗੇ ਇੱਕ ਬਿਆਨ ਦਿੱਤਾ ਸੀ ਵੀ ਕੋਈ ਸਿੰਘ ਜਿਹੜੇ ਆ ਉਹ ਨਹੀਂ ਰਿਹਾ ਹੋਣਾ ਚਾਹੀਦਾ। ਉਹ ਕਾਂਗਰਸ ਦਾ ਬਿਆਨ ਨਹੀਂ ਸੀ, ਉਹਨਾਂ ਦਾ ਆਪਣਾ ਬਿਆਨ ਸੀ, ਕਿਉਂਕਿ ਉਹਨਾਂ ਦਾ ਵੇਖੋ, ਉਹਨਾਂ ਦਾ ਵੀ ਦਰਦ ਆਪਣੀ ਥਾਂ ਤੇ ਹੈ ਨਾ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਦਾਦਾ ਜੀ ਦੀ ਬੰਬ ਨਾਲ ਉਡਾ ਕੇ ਹੱਤਿਆ ਹੋਈ ਸੀ। ਉਹ ਕਹਿੰਦੇ ਜੀ ਇਹ ਤਾਂ ਸਾਡੇ ਕਾਤਲ ਨੇ, ਇਹਨਾਂ ਨੂੰ ਤਾਂ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ। 10 ਸਾਲ ਤੁਹਾਡੀ ਸਰਕਾਰ ਰਹੀ ਆ, ਬੀਜੇਪੀ ਦੇ ਨਾਲ ਤੁਹਾਡੀ ਕੋਲੈਬੋਰੇਸ਼ਨ ਰਹੀ ਆ, ਤੁਸੀਂ ਕੋਲੈਬੋਰੇਸ਼ਨ ਉਹਨਾਂ ਦੇ ਨਾਲ ਰਹੀ ਆ, ਉਦੋਂ ਤੁਸੀਂ ਕੋਈ ਗੱਲ ਨਹੀਂ ਕੀਤੀ। ਨਾ ਹਰਸਿਮਰਤ ਕੌਰ ਬਾਦਲ ਜਾ ਕੇ ਕੋਈ ਗੱਲ ਕਰਕੇ ਆਈ ਹੈ, ਨਾ ਵੱਡੇ ਸਾਹਿਬ ਬਾਦਲ ਸਾਹਿਬ ਨੇ ਕੀਤੀ ਤੇ ਨਾ ਛੋਟੇ ਬਾਦਲ ਸਾਹਿਬ ਨੇ ਕੀਤੀ। ਅੱਜ 92 ਐਮਐਲਏ ਜਿੱਤ ਕੇ ਆ ਗਿਆ ਤੇ ਅੱਜ ਡਾਂਗਾ ਵਰਨ ਡਈਆਂ। ਪਰ ਫਿਰ ਛੱਡ ਦਿੰਦੇ ਇਹਨਾਂ ਨੂੰ, ਛੱਡਦੇ ਕਿਉਂ ਨਹੀਂ ਤੁਸੀਂ? ਇਹਨਾਂ ਨੂੰ ਛੱਡਿਆ ਕਿਉਂ ਨਹੀਂ? ਕਿ ਆਰਟੀਕਲ 72 ਦੇ ਵਿੱਚ ਇਹ ਗਵਰਨਮੈਂਟ ਜਿਹੜੀ ਸਟੇਟ ਗਵਰਨਮੈਂਟ ਹੈ ਪ੍ਰੈਜ਼ੀਡੈਂਟ ਨੂੰ ਅਪਰੋਚ ਕਰ ਸਕਦੀ ਹੈ ਫॉर ਪਰਮਨੈਂਟ ਬੇਲ, ਪਰਮਨੈਂਟ ਪੈਰੋਲ। ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਤੇ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਦਾ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਗੱਲ ਕੌਮੀ ਇਨਸਾਫ ਮੋਰਚੇ ਮੁਤਲਕ ਕਰਾਂਗੇ। ਕੌਮੀ ਇਨਸਾਫ ਮੋਰਚਾ ਜਿਹੜਾ ਕਿ 3 ਪ੍ਰਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੀ ਬਰੂਹਾਂ ਤੇ ਲੱਗਿਆ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਬੰਦੀ ਸਿੰਘਾਂ ਦੀ ਰਿਹਾਈ, ਜਿਹੜੀਆਂ ਸਜ਼ਾਵਾਂ ਭੋਗ ਚੁੱਕੇ ਆ, ਮਜ਼ੀਦ ਸਜ਼ਾਵਾਂ ਕੱਟ ਰਹੇ ਆ, ਆਖਰ ਉਹ ਰਿਹਾ ਕਿਉਂ ਨਹੀਂ ਹੋ ਰਹੇ? ਇਹ ਸਵਾਲ ਉਹਨਾਂ ਦਾ ਸਰਕਾਰਾਂ ਦੇ ਅੱਗੇ ਹੈ। ਸਰਕਾਰ ਦੇ ਅੱਗੇ ਨਹੀਂ, ਸਰਕਾਰਾਂ ਦੇ ਅੱਗੇ ਹੈ। ਚਾਹੇ ਕਿਸੇ ਦੀ ਵੀ ਜ਼ਿੰਮੇਵਾਰੀ ਹੈ, ਸੂਬੇ ਦੀ ਹੈ, ਯੂਟੀ ਦੀ ਹੈ, ਕੇਂਦਰ ਦੀ ਹੈ, ਉਹ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰ ਰਹੇ? ਪਹਿਲਾਂ ਇਹ ਆਵਾਜ਼ ਲੰਮੇ ਸਮੇਂ ਤੋਂ ਉੱਠ ਰਹੀ ਸੀ, ਇਸ ਮਤਲਬ ਕੇਸ ਵੀ ਲੜੇ ਜਾ ਰਹੇ ਸੀ। ਸੋ ਐਸਜੀਪੀਸੀ ਨੇ ਵੀ ਇਸ ਦੇ ਅੰਦਰ ਕੇਸ ਲੜੇ, ਪਰ ਮਸਲਾ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ। ਉਸ ਤੋਂ ਬਾਅਦ 328 ਸਰੂਪ ਦਾ ਮਸਲਾ, ਉਸ ਤੋਂ ਬਾਅਦ ਬਾਈਬਲ ਕਲਾਂ ਦਾ ਮਸਲਾ ਹੈ ਕਿ ਕਦੋਂ ਇਨਸਾਫ ਮਿਲੇਗਾ। ਸੋ ਗੱਲ ਇਨਸਾਫ ਤੋਂ ਤੁਰਦੀ ਮੋਰਚੇ ਤੇ ਆ ਗਈ ਹੈ, ਔਰ ਪੰਜਾਬ ਦਾ ਇਤਿਹਾਸ ਹੀ ਮੋਰਚਿਆਂ ਦੇ ਵਿੱਚ ਪਿਆ। ਕਦੇ ਜੈਤੋਂ ਦਾ ਮੋਰਚਾ, ਕਦੇ ਚਾਬੀਆਂ ਦਾ ਮੋਰਚਾ, ਕਦੇ ਧਰਮ ਯੁੱਧ ਮੋਰਚਾ, ਫਿਰ ਕਿਸਾਨੀ ਮੋਰਚਾ। ਕੀ ਸਰਕਾਰਾਂ ਨੂੰ ਇੱਕ ਆਦਤ ਪੈ ਗਈ ਹੈ ਮੋਰਚੇ ਲਵਾਉਣ ਦੀ, ਵੱਡੇ ਇਕੱਠ ਕਰਨ ਦੀ, ਵੱਡੇ ਇਕੱਠ ਕਰਵਾ ਕੇ ਵੋਟ ਬੈਂਕ ਦੀ ਰਾਜਨੀਤੀ ਹੱਲ ਕਰਨ ਲਈ? ਇਹਨਾਂ ਸਾਰੇ तमाम ਸਵਾਲਾਤ ਨੂੰ ਲੈ ਕੇ ਅੱਜ ਇੱਕ ਚਰਚਾ ਮੁਨੱਕਦ ਕੀਤੀ ਹੈ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰਫ ਕਰਵਾਉਂਦਾ ਹੋਇਆ ਚਰਚਾ ਦੇ ਵਿੱਚ ਉਹਨਾਂ ਦਾ ਸਵਾਗਤ ਕਰਾਂਗੇ। ਭਾਜਪਾ ਤੋਂ ਕਰਨਲ ਜੈਬੰਸ ਸਾਹਿਬ ਤਸ਼ਰੀਫ ਲੈ ਕੇ ਆਏ, ਜਨਾਬ ਇਸਤਕਬਾਲ। ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਆਏ, ਜੀਓ ਆਇਆਂ ਨੂੰ। ਨਰਿੰਦਰ ਸੰਧੂ ਸਾਹਿਬ ਕਾਂਗਰਸ ਤੋਂ ਆਪਣੀ ਗੱਲਬਾਤ ਰੱਖਣਗੇ, ਤੁਹਾਡਾ ਵੀ ਸਵਾਗਤ ਹੈ। ਇਹ 3 ਬੁਲਾਰੇ ਸਾਡੇ ਨਾਲ ਜੁੜੇ। ਬਾਕੀ ਬੁਲਾਰਿਆਂ ਨੂੰ ਵੀ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਸੀ, ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਹੈ। ਮੈਂ ਗੱਲ ਸਪਸ਼ਟ ਤੇ ਸਾਫ਼ ਕਹਿਣ ਦਾ ਹਮੇਸ਼ਾ ਹੀ ਉਹਦੇ ਪੱਖ ਦੇ ਵਿੱਚ ਰਿਹਾ, ਉਹਦੇ ਹੱਕ ਦੇ ਵਿੱਚ ਰਿਹਾ।
ਸੋ ਮੋਰਚੇ ਤੋਂ ਵੀ ਸੱਜਣਾ ਨੂੰ ਸੁਨੇਹਾ ਲਾਇਆ ਸੀਗਾ। ਉਹ ਕਹਿੰਦੇ ਆ ਕਿ ਅਸੀਂ ਪਹੁੰਚਾਂਗੇ, ਗੱਲਬਾਤ ਦੇ ਦੌਰਾਨ ਆਪਣਾ ਪੱਖ ਰੱਖਾਂਗੇ ਤਾਂ ਜੋ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਸਭ ਤੋਂ ਪਹਿਲਾਂ ਮੈਂ ਜੈਬੰਸ ਜੀ ਤੁਹਾਨੂੰ ਪੁੱਛਣਾ ਚਾਹੁੰਦਾ, ਆਖਰ ਕਿਉਂ ਜਿਹੜਾ ਹੈ ਇਹ ਮੋਰਚਾ ਲੱਗਣ ਦੀ ਨੌਬਤ ਆਈ, ਕੀ ਕਾਰਨ ਰਹੇ, ਕਿਉਂ ਨਹੀਂ ਬੰਦੀ ਸਿੰਘ ਰਿਹਾ ਹੋ ਸਕੇ? ਥੈਂਕ ਯੂ ਨਵਜੋਤ ਜੀ। ਇਹ ਤੇ ਤੁਸੀਂ ਬਹੁਤ ਵੱਡਾ ਸਵਾਲ ਪੁੱਛ ਲਿਆ ਕਿ ਬੰਦੀ ਸਿੰਘ ਕਿਉਂ ਨਹੀਂ ਰਿਹਾ ਹੋ ਸਕੇ। ਇਹਦੇ ਵਾਸਤੇ ਤੇ ਘੱਟ ਤੋਂ ਘੱਟ 2-2.5 ਘੰਟੇ ਦੀ ਡਿਬੇਟ ਚਾਹੀਦੀ ਹੈ, ਪਰ ਚਲੋ ਅਸੀਂ ਗੱਲ ਕਰ ਲੈਂਦੇ ਹਾਂ। ਮੋਰਚਾ ਜਿਹੜਾ ਹੈਗਾ, ਦੇਖੋ ਉਹਨਾਂ ਦੀਆਂ ਜੈਨੂਇਨ ਡਿਮਾਂਡਸ ਨੇ। ਉਹ ਡਿਮਾਂਡਸ ਜਿਹੜੀਆਂ ਨੇ ਸਟੇਟ ਗਵਰਨਮੈਂਟ ਉਹਨਾਂ ਨੂੰ ਪੂਰਾ ਨਹੀਂ ਕਰ ਸਕੀ। ਸਭ ਤੋਂ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਇੱਥੇ ਆਮ ਆਦਮੀ ਪਾਰਟੀ, ਜਿਹਨੂੰ ਕਿ ਸਟੇਟ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਨਾ, ਉਹਨਾਂ ਦਾ ਕੋਈ ਬੰਦਾ ਇੱਥੇ ਹੈ ਨਹੀਂ, ਤਾਂ ਡਿਬੇਟ ਦਾ ਅੱਧਾ ਮਕਸਦ ਜਿਹੜਾ ਉਹ ਖਤਮ ਹੋ ਜਾਂਦਾ ਹੈ। ਪਰ ਐਨੀਵੇ ਤੁਹਾਡੇ ਇੱਥੋਂ ਦੀ ਉਹਨਾਂ ਨੂੰ ਮੈਸੇਜ ਤੇ ਪਹੁੰਚ ਹੀ ਜਾਏਗਾ। ਤੇ ਆਮ ਆਦਮੀ ਪਾਰਟੀ ਨੇ ਕੁਛ ਇਹਨਾਂ ਨੂੰ ਦਿੱਤੀਆਂ ਸੀਗੇ, ਇਹਨਾਂ ਨੂੰ ਕੁਛ ਪ੍ਰੋਮਿਸਿਸ ਦਿੱਤੇ ਸੀਗੇ। ਉਹ ਪ੍ਰੋਮਿਸਿਸ ਜਿਹੜੇ ਨੇ ਉਹ ਪੂਰੇ ਨਹੀਂ ਹੋਏ, ਜਿਹਦੇ ਕਾਰਨ ਬਹੁਤ ਜ਼ਿਆਦਾ ਫਰਸਟ੍ਰੇਸ਼ਨ ਹੋ ਗਈ ਹੈ। ਫਰਸਟ੍ਰੇਸ਼ਨ ਉਸੇ ਵਾਸਤੇ ਨਹੀਂ ਹੈ, ਫਰਸਟ੍ਰੇਸ਼ਨ ਇਹਨਾਂ ਦੀ ਮਿਸ ਗਵਰਨੈਂਸ ਵਾਸਤੇ ਵੀ ਹੈਗੀ ਹੈ। ਹੋਰ ਵੀ ਕਈ ਚੀਜ਼ਾਂ ਨੇ। 1000 ਰੁਪਏ ਦੇਣਾ ਸੀ, ਉਹ ਨਹੀਂ ਦਿੱਤਾ। ਇੱਥੇ ਕੋਈ ਇੰਡਸਟਰੀ ਨਹੀਂ ਆਈ। ਇਕਨੋਮਿਕ ਸਿਚੁਏਸ਼ਨ ਸਾਡੀ ਡਾਊਨ ਹੋ ਰਹੀ ਹੈ, ਮਾਈਗ੍ਰੇਸ਼ਨ ਹੋ ਰਹੀ ਹੈ, ਡਰੱਗਸ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ, ਤੁਹਾਡਾ ਜੋ ਜਹਾਂ ਦਾ ਗੈਂਗਸਟਰਿਜ਼ਮ ਚੱਲ ਰਹੀ ਹੈ। ਤੇ ਉਹ ਫਰਸਟ੍ਰੇਸ਼ਨ ਜੁਆਇਨ ਕਰਕੇ ਤੇ ਇੱਕ ਤਰ੍ਹਾਂ ਦੇ ਨਾਲ 3 ਡਿਮਾਂਡਸ ਲੈ ਕੇ ਕੌਮੀ ਇਨਸਾਫ ਮੋਰਚਾ ਜਿਹੜਾ ਹੈ ਅੱਗੇ ਆਇਆ ਹੈ। ਹੁਣ ਇਹਨੂੰ ਸੈਂਸਿਟਿਵਿਟੀ ਦੇ ਨਾਲ ਡੀਲ ਕਰਨਾ ਬਹੁਤ ਜ਼ਰੂਰੀ ਹੈ। ਉਹ ਸੈਂਸਿਟਿਵਿਟੀ ਦਿਖਾਈ ਨਹੀਂ। ਕਈ ਦਿਨਾਂ ਦਾ ਇੱਥੇ ਮੋਰਚਾ ਬੈਠਿਆ ਹੋਇਆ, ਕੋਈ ਗਵਰਨਮੈਂਟ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਅੱਗੇ ਨਹੀਂ ਆਇਆ, ਕੋਈ ਐਸੀ ਗੱਲ ਨਹੀਂ ਹੋਈ। ਤੇ ਹੁਣ ਮੈਨੂੰ ਪਤਾ ਲੱਗਾ ਹੈ ਕਿ ਕੁਝ ਵਾਇਲੈਂਸ ਕੀਤੀ ਗਈ ਹੈ ਸਟੇਟ ਗਵਰਨਮੈਂਟ ਦੇ ਵੱਲੋਂ ਮੋਰਚੇ ਦੇ ਉੱਤੇ। ਉਹਨਾਂ ਦੇ ਉੱਤੇ ਵਾਟਰ ਕੈਨਨਸ ਲਗਾਈਆਂ, ਉਹਨਾਂ ਦੇ ਉੱਤੇ ਸਟੋਨ ਪੈਲਟਿੰਗ ਕੀਤੀ, ਜਿਹਦੇ ਨਾਲ ਜਿਹੜੀ ਗੱਲ ਹੈ ਉਹ ਹੱਥੋਂ ਬਾਹਰ ਨਿਕਲ ਗਈ ਹੈ। ਹੁਣ ਹਾਲ ਉੱਥੇ ਇਹ ਹੈ ਕਿ ਇਹਨਾਂ ਦੇ ਕੋਲ ਐਡਿਕੁਏਟ ਪੁਲਿਸ, ਵੈਲ ਟ੍ਰੇਨਡ ਪੁਲਿਸ ਦੇ ਵੀ ਉੱਥੇ ਬੰਦੇ ਹੈ ਨਹੀਂ ਸੀਗੇ ਜਿਹੜੇ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਸਕਣ। ਜਿਹੜੀ ਪੁਲਿਸ ਹੈ ਉੱਥੋਂ ਦੀ ਦੌੜ ਗਈ, ਹੁਣ ਦੂਸਰੀ ਪੁਲਿਸ ਆਈ ਹੈ। ਇਹ ਤਾਂ ਇਹਦੋਂ ਜ਼ਿਆਦਾ ਮਤਲਬ ਪ੍ਰੋਬਲਮੈਟਿਕ ਗੱਲ ਤੇ ਹੋ ਨਹੀਂ ਸਕਦੀ ਹੈ। ਸੋ ਬੇਸਿਕਲੀ ਇਹ ਜਿਹੜੀ ਫਰਸਟ੍ਰੇਸ਼ਨ ਹੈ, ਇਹ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੇ ਕੋਲੋਂ ਡੀਲ ਨਹੀਂ ਹੋਈ ਤੇ ਇਸ ਵਾਸਤੇ ਇਹ ਗੱਲ ਇੱਥੋਂ ਤੱਕ ਪਹੁੰਚ ਗਈ, ਜਿਹਦਾ ਕਿ ਸਾਨੂੰ ਬਹੁਤ ਅਫਸੋਸ ਹੈ, ਬਹੁਤ ਜ਼ਿਆਦਾ ਅਫਸੋਸ ਹੈ, ਕਿਉਂਕਿ ਐਸੀਆਂ ਗੱਲਾਂ ਕਿਸੇ ਵੀ ਚੰਗੇ ਸੂਬੇ ਦੇ ਵਿੱਚ ਹੋਣੀਆਂ ਨਹੀਂ ਚਾਹੀਦੀਆਂ। ਤੇ ਮੈਂ ਇੱਕ ਬੀਇੰਗ ਫੌਜੀ, ਮੈਂ ਪੂਰੀ ਜ਼ਿੰਦਗੀ ਇੰਸਰਜੈਂਸੀ ਦੇਖੀ ਹੈ। ਮੈਨੂੰ ਬੜਾ ਅਫਸੋਸ ਹੁੰਦਾ ਹੈ ਉਹ ਦੇਖ ਕੇ ਇੰਸਰਜੈਂਸੀ ਦੇ ਵਿੱਚ ਜੋ ਹਾਲ ਹੁੰਦਾ ਹੈ। ਤੇ ਮੇਰੇ ਹਿਸਾਬ ਦੇ ਨਾਲ ਐਸੀ ਵਾਇਲੈਂਸ ਸਾਨੂੰ ਐਸਕੇਲੇਟ ਕਦੀ ਨਹੀਂ ਹੋਣ ਦੇਣੀ ਚਾਹੀਦੀ। ਮੈਂ ਮੋਰਚੇ ਵਾਲੇ ਦੇ ਵੀ ਸਰਬਰਾਹਾਂ ਨੂੰ ਅਪੀਲ ਕਰਾਂਗਾ ਕਿ ਆਪਣਾ ਥੋੜਾ ਜਿਹਾ ਕੰਟਰੋਲ ਰੱਖਣ ਤੇ ਇਹਨੂੰ ਨਾਨ ਵਾਇਲੈਂਟ ਮੂਵਮੈਂਟ ਬਣਾਉਣ, ਜਿੱਦਾਂ ਕਿ ਪੰਜਾਬ ਦੀ ਪਰੰਪਰਾ ਹੈ। ਤੇ ਗਵਰਨਮੈਂਟ ਨੂੰ ਅਪੀਲ ਕਰਾਂਗਾ ਕਿ ਇਸ ਤਰੀਕੇ ਦੇ ਨਾਲ ਇਹਨੂੰ ਜ਼ਿਆਦਾ ਦੇਰ ਵਧਣ ਨਾ ਦੇਣ, ਬਿਕੋਜ਼ ਇਹ ਇੱਕ ਬਹੁਤ ਪੋਟੈਂਸ਼ੀਅਲ ਟ੍ਰਿਗਰ ਪੁਆਇੰਟ ਹੈਗਾ ਪੰਜਾਬ ਦੇ ਵਾਸਤੇ, ਜਿਹਦੇ ਨਾਲ ਬਹੁਤ ਨੁਕਸਾਨ ਹੋ ਸਕਦਾ ਪੰਜਾਬ ਦਾ। ਠੀਕ ਹੈ। ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ, ਮੈਂ ਪੁੱਛਣਾ ਚਾਹੁੰਦਾ, ਜੋ ਜੈਬੰਸ ਹੋਰਾਂ ਨੇ ਕਿਹਾ ਉਸੇ ਸੰਦਰਭ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ। ਹਾਲਾਂਕਿ ਸਵਾਲ ਮੇਰਾ ਹੋਰ ਸੀ। ਗੱਲ ਇਹ ਹੈ, ਜੇ ਇਹ ਸਟੇਟ ਗਵਰਨਮੈਂਟ ਦਾ ਮਸਲਾ ਸੀ, ਜੇ ਸੂਬਾ ਪੱਧਰ ਦਾ ਮਸਲਾ ਸੀ, ਸੂਬੇ ਦੇ ਵਿੱਚ ਪੰਥਕ ਸਰਕਾਰ ਰਹੀ ਹੈ, ਪੰਥ ਦੀ ਸਰਕਾਰ ਰਹੀ ਹੈ, ਜਿਹੜੀ ਪੰਥ ਦੀ ਬਾਤ ਪਾਉਂਦੀ ਹੈ, ਪੰਜਾਬੀਆਂ ਦੀ, ਸਿੱਖਾਂ ਦੀ ਬਾਤ ਪਾਉਣ ਵਾਲੀ, ਸਿੱਖਾਂ ਦੀ ਪਹਿਲੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ। ਮਸਲਾ ਅੱਜ ਦਾ ਤਾਂ ਨਹੀਂ ਸੀ, ਮਸਲਾ ਤਾਂ ਪੁਰਾਣਾ ਸੀ। ਤੇ ਫਿਰ ਜੇ ਇਹ ਸੂਬਾਈ ਪੱਧਰ ਦਾ ਮਸਲਾ ਸੀ, ਇਹਨੂੰ ਹੱਲ ਕਰ ਲਿਆ ਜਾਂਦਾ, ਰਿਹਾ ਕਰ ਦਿੱਤੇ ਜਾਂਦੇ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਜਦੋਂ ਬੰਦਾ ਸੱਤਾ ਦੇ ਵਿੱਚ ਨਹੀਂ ਹੁੰਦਾ ਤੇ ਉਦੋਂ ਇਹ ਗੱਲ ਕਹਿੰਦਾ ਹੈ ਕਿ ਦੇਖੋ ਇਹ ਮੰਗਾਂ ਬਿਲਕੁਲ ਜਾਇਜ਼ ਨੇ ਤੇ ਇਹਨਾਂ ਮੰਗਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ। ਉਹ ਨੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ, ਉਹ ਅਕਸਰ ਹੀ ਸਾਡੇ ਨਾਲ ਇਹਨਾਂ ਮੋਰਚਿਆਂ ਦੇ ਵਿੱਚ, ਧਰਨੇ ਮੁਜ਼ਾਹਰਿਆਂ ਦੇ ਵਿੱਚ ਬੈਠਦੇ ਰਹੇ ਨੇ ਤੇ ਉਹ ਇਹ ਵੀ ਗੱਲ ਕਹਿੰਦੇ ਰਹੇ ਆ ਕਿ ਆਪਾਂ ਡੈਮੋਕ੍ਰੈਟਿਕ ਢੰਗ ਦੇ ਨਾਲ ਬੈਠ ਕੇ ਮੰਗਾਂ ਮਨਵਾਉਣੀਆਂ ਨੇ। ਚਾਹੇ ਭਾਈ ਗੁਰਬਖਸ਼ ਸਿੰਘ ਵੇਲੇ ਜਿਹੜਾ ਗੁਰਦੁਆਰਾ ਅੰਬ ਸਾਹਿਬ ਮੋਰਚਾ ਲੱਗਾ ਸੀ, ਉਹ ਚਾਹੇ ਹਰਿਆਣੇ ਦੇ ਵਿੱਚ ਮੋਰਚਾ ਲੱਗਾ, ਚਾਹੇ ਉਸ ਤੋਂ ਬਾਅਦ ਫਿਰ ਬਾਪੂ ਸੂਰ ਸਿੰਘ ਨੇ ਮੋਰਚਾ ਲਗਾਇਆ, ਫਿਰ ਹੁਣ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਫਿਰ ਇਹ ਚੌਥੀ ਵਾਰ ਮੋਰਚਾ ਇੱਥੇ ਆ। ਤਾਂ ਉਹ ਹਰ ਜਗ੍ਹਾ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਹਨਾਂ ਦੇ ਨੁਮਾਇੰਦੇ ਸੀ, ਉਹ ਉਹਦੇ ਵਿੱਚ ਆਣ ਕੇ ਬੈਠਦੇ ਰਹੇ ਆ। ਤੇ ਹੁਣ ਜਿਹੜੀ ਇਸ ਵੇਲੇ ਜਿਹੜੀ ਸਥਿਤੀ ਵਿਗੜੀ ਹੈ, ਇਸ ਦਾ ਇੱਕੋ ਇੱਕ ਕਾਰਨ ਹੈ ਕਿ ਜਿਹੜੇ ਲੋਕ ਪੁਰਅਮਨ ਢੰਗ ਦੇ ਨਾਲ ਪਿਛਲੇ 2 ਮਹੀਨਿਆਂ ਤੋਂ ਬੈਠੇ ਹੋਏ ਨੇ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ, ਉਹਨਾਂ ਨੇ ਗੌਰਮੈਂਟ ਨੂੰ, ਸੈਂਟਰ ਗੌਰਮੈਂਟ ਨੂੰ ਜਗਾਉਣ ਲਈ ਤੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਕਿ ਤੁਸੀਂ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਉਹ ਪੂਰੇ ਕਿਉਂ ਨਹੀਂ ਕਰ ਰਹੇ। ਤੁਸੀਂ ਦੇਖੋ ਕਿ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ,
ਉਸ ਕਾਨੂੰਨ ਮੁਤਾਬਕ ਜੇ ਕਿਸੇ ਨੇ ਕੋਈ ਮਰਡਰ ਕੀਤਾ ਤਾਂ ਉਹਨੂੰ 302 ਧਾਰਾ ਤਹਿਤ 20 ਸਾਲ ਦੀ ਸਜ਼ਾ ਹੁੰਦੀ, ਜਿਹਨੂੰ ਆਪਾਂ ਉਮਰ ਕੈਦ ਕਹਿ ਦਿੰਦੇ ਆ, ਜਾਂ ਫਿਰ ਉਹਨੂੰ ਡੈਥ ਪੈਨਲਟੀ ਹੁੰਦੀ ਹੈ। ਲੇਕਿਨ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਕੀ ਹੈ ਕਿ ਜਿਨ੍ਹਾਂ ਨੂੰ ਤਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਹ ਸੀ ਭਾਈ ਬਲਵੰਤ ਸਿੰਘ ਰਾਜੋਆਣਾ, ਤੇ ਉਹਨਾਂ ਦੀ ਸਜ਼ਾ ਜਿਹੜੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਹਿ ਕੇ ਕਿ ਜਦੋਂ 550 ਸਾਲਾ ਪ੍ਰਕਾਸ਼ ਪੁਰਬ ਸੀ ਕਿ ਅਸੀਂ ਇਹਦੇ ਤੇ ਇਹਨਾਂ ਦੀ ਜਿਹੜੀ ਉਮਰ ਕੈਦ ਦੇ ਵਿੱਚ ਬਦਲਦੇ ਹਾਂ ਸਜ਼ਾ। ਦੂਸਰੇ ਹੈਗੇ ਆ ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਸਾਰੇ ਕੇਸ ਜਿਹੜੇ ਆ ਉਹ ਦਿੱਲੀ ਦੇ ਖਤਮ ਹੋ ਚੁੱਕੇ ਆ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਨਹੀਂ ਜਾ ਰਿਹਾ। ਤੇ ਤੀਸਰੇ ਜਿਹੜੇ ਜਿੰਨੇ ਵੀ ਸਿੰਘ ਨੇ, ਜਿਹਨਾਂ ਚ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਭਿਉਰਾ, ਭਾਈ ਤਾਰਾ, ਇਹ ਜਿਹੜੇ ਨੇ ਇਹ ਇਸ ਵੇਲੇ ਬੜੈਲ ਜੇਲ੍ਹ ਦੇ ਵਿੱਚ ਬੰਦ ਨੇ। ਸੋ ਇਹਨਾਂ ਦੇ ਸਬੰਧ ਦੇ ਵਿੱਚ ਇੱਕੋ ਇੱਕ ਮੰਗ ਜਿਹੜੀ ਸਭ ਤੋਂ ਅਹਿਮ ਹੈ, ਜਿਹਦੇ ਵੱਲ ਧਿਆਨ ਦੇਣਾ ਧਾਲੀਵਾਲ ਸਾਹਿਬ ਜ਼ਰੂਰੀ ਹੈ ਕਿ ਜਦੋਂ ਕਾਨੂੰਨ ਮੁਤਾਬਕ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਤੇ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ 1 ਮਿੰਟ ਵੀ ਰੱਖਿਆ ਨਹੀਂ ਜਾ ਸਕਦਾ। ਇਹ ਕਿਹਦੇ ਅਖਤਿਆਰ 'ਚ ਹੈ? ਪਹਿਲਾਂ ਤਾਂ ਪੀਰ ਮੁਹੰਮਦ ਜੀ ਤੁਸੀਂ ਬਾਖੂਬੀ ਜਾਣਦੇ ਹੋ, ਮੈਂ ਚਾਹੁੰਦਾ ਦਰਸ਼ਕਾਂ ਨੂੰ ਪਤਾ ਲੱਗ ਸਕੇ, ਗੱਲਾਂ ਗੋਲ ਨਾ ਹੋ ਸਕਣ। ਅਖਤਿਆਰ ਕਿਹਦੇ ਅਖਤਿਆਰ ਦੇ ਵਿੱਚ ਆਉਣਾ ਹੈ? ਰਿਲੀਜ਼ ਕਿਹਨਾਂ ਨੇ ਕਰਨੇ ਆ? ਦੇਖੋ ਇਹ ਸੈਂਟਰ ਸਰਕਾਰ ਦੇ ਅਖਤਿਆਰ ਦੇ ਵਿੱਚ, ਲੇਕਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜਾ ਕੇਸ ਹੈ ਉਹ ਕੇਜਰੀਵਾਲ ਸਾਹਿਬ ਜਿਹੜੇ ਆ ਉਹਨਾਂ ਦੀ ਟੇਬਲ ਦੇ ਉੱਤੇ ਪਿਆ, ਦਿੱਲੀ ਦੇ ਮੁੱਖ ਮੰਤਰੀ, ਉਹਦਾ ਡਿਸੀਜਨ ਉਹ ਲੈ ਸਕਦੇ ਆ, ਕਿਉਂਕਿ ਉਹਨਾਂ ਦੀ ਇੱਕ ਕਮੇਟੀ ਬਣੀ ਹੁੰਦੀ ਹੈ ਕਿ ਜਿਸ ਦੇ ਵਿੱਚ ਜਿਵੇਂ ਗੁਰਮੀਤ ਰਾਮ ਰਹੀਮ ਨੂੰ ਹੁਣ ਹਰਿਆਣਾ ਸਰਕਾਰ ਨੇ ਇਹ ਕਹਿ ਕੇ ਪੈਰੋਲ ਦੇ ਦਿੱਤੀ ਕਿ ਉਹਨਾਂ ਦਾ ਚਾਲ ਚੱਲਣ ਬੜਾ ਠੀਕ ਹੈ ਜੀ ਤੇ ਉਹਨਾਂ ਨੂੰ ਆਪਾਂ ਪੈਰੋਲ ਦੇ ਸਕਦੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਤਿਹਾੜ ਜੇਲ੍ਹ ਦਾ, ਉਹ ਜਿਹੜੀ ਕਮੇਟੀ ਬਣੀ ਹੈ ਉਹ ਅਖਤਿਆਰ ਹੈਗਾ ਦਿੱਲੀ ਗਵਰਨਮੈਂਟ ਦੇ ਅੰਦਰ, ਤੇ ਦਿੱਲੀ ਸਰਕਾਰ ਉਹਨਾਂ ਨੂੰ 1 ਮਿੰਟ ਦੇ ਵਿੱਚ ਰਿਹਾ ਕਰ ਸਕਦੀ ਹੈ। ਨਾ ਉਹ ਕਰ ਰਹੇ ਨੇ। ਜਿਹੜਾ ਪੰਜਾਬ ਸਰਕਾਰ ਦਾ ਮਸਲਾ ਹੈ, ਜਿਹੜਾ ਪੰਜਾਬ ਸਰਕਾਰ ਨੂੰ ਕਿਉਂ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਉਹ ਸਰਕਾਰ ਹੈ ਜਿਹੜੀ ਵਾਅਦੇ ਕਰਦੀ ਰਹੀ, ਜਿਹੜੀ ਨਾਲ ਸੰਘਰਸ਼ ਦੇ ਨਾਲ ਖੜ ਕੇ ਇਸ ਗੱਲ ਦਾ ਦਾਅਵਾ ਕਰਦੀ ਰਹੀ ਕਿ ਇਹ ਕਦੋਂ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ, ਅਸੀਂ ਤੁਹਾਡੇ ਨਾਲ ਖੜੇ ਆ ਤੇ ਬੰਦੀ ਸਿੰਘਾਂ ਨੂੰ ਹਰ ਹਾਲਤ ਦੇ ਵਿੱਚ ਰਿਹਾ ਕੀਤਾ ਜਾਣਾ ਚਾਹੀਦਾ। ਤੇ ਅੱਜ ਜਦੋਂ ਸਰਕਾਰ ਦੇ ਵਿੱਚ ਨੇ ਤੇ ਉਹ ਨਾ ਤਾਂ ਉਹਨਾਂ ਦਾ ਕੋਈ ਨੁਮਾਇੰਦਾ MLA, ਨਾ ਉਹਨਾਂ ਦਾ ਕੋਈ ਮੰਤਰੀ, ਨਾ ਮੁੱਖ ਮੰਤਰੀ, 1 ਦਿਨ ਵੀ ਉਹਨਾਂ ਨੇ ਉਧਰ ਗੇੜਾ ਨਹੀਂ ਮਾਰਿਆ, ਨਾ ਉਹਨਾਂ ਨਾਲ ਗੱਲਬਾਤ ਕੀਤੀ ਹੈ। ਸੋ ਅਜਿਹੇ ਹਾਲਾਤਾਂ ਦੇ ਵਿੱਚ ਮੈਂ ਇਹ ਗੱਲ ਕਹਿਣਾ ਕਿ ਦੋਨੋਂ ਸਰਕਾਰਾਂ ਪੈਰਲਲ ਬਰਾਬਰ ਜ਼ਿੰਮੇਵਾਰ ਨੇ। ਤੇ ਯੂਟੀ ਜਿਹੜੀ ਹੈ, ਯੂਟੀ ਦੇ ਵਿੱਚ ਜਦੋਂ ਉਹਨਾਂ ਨੇ ਦਾਖਲ ਕਿਉਂ ਹੋ ਰਿਹਾ ਸੀ? ਇਸ ਕਰਕੇ ਹੋ ਰਿਹਾ ਸੀ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਦਾ ਧਿਆਨ ਜਿਹੜਾ ਮੁੱਖ ਮੰਤਰੀ ਦੇ ਵੱਲ ਦਵਾਇਆ ਜਾਵੇ, ਦਿੱਲੀ ਸਰਕਾਰ ਵੱਲ ਦਵਾਇਆ ਜਾਵੇ, ਸੈਂਟਰ ਦੀ ਸਰਕਾਰ ਵੱਲ। ਤਾਂ ਉਹ 5-5 ਜਥੇ ਜਿਹੜੇ ਆ ਉਹ ਜਦੋਂ ਇਹਨਾਂ ਨੇ 144 ਧਾਰਾ ਲਾ ਦਿੱਤੀ ਤਾਂ ਉਹ 5-5 ਦੇ ਜਥੇ ਪੁਰਅਮਨ ਢੰਗ ਦੇ ਨਾਲ ਉਧਰ ਨੂੰ ਜਾਣਾ ਚਾਹੁੰਦੇ ਸੀ। ਉਹਨਾਂ ਨੂੰ ਪਹਿਲੇ ਦਿਨ ਵੀ ਰੋਕਿਆ ਗਿਆ, ਦੂਜੇ ਦਿਨ ਰੋਕਿਆ ਗਿਆ, ਅੱਜ ਤੀਸਰੇ ਦਿਨ ਫਿਰ ਉਹਨਾਂ ਨੇ ਉਹ ਆਪਣੇ ਜਥਾ ਲੈ ਕੇ ਜਦੋਂ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਉੱਤੇ ਜਿਸ ਤਰੀਕੇ ਨਾਲ ਇਹ ਹੋਇਆ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਬੰਦੀ ਸਿੰਘ ਜਿਹੜਾ ਕੌਮੀ ਮੋਰਚਾ ਹੈ ਉਹਨਾਂ ਦਾ ਵੀ ਫਰਜ਼ ਬਣਦਾ ਕਿ ਇਸ ਨੂੰ ਜਿੰਨਾ ਵੀ ਪੁਰਅਮਨ ਰੱਖ ਸਕਾਂਗੇ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਡੈਮੋਕ੍ਰੈਟਿਕ ਢੰਗ ਇੱਕੋ ਹੀ ਹੈ ਕਿ ਪੁਰਅਮਨ ਢੰਗ ਦੇ ਨਾਲ ਸ਼ਾਂਤੀ ਪਸੰਦ ਤਰੀਕੇ ਦੇ ਨਾਲ ਅਸੀਂ ਆਪਣੀਆਂ ਮੰਗਾਂ ਮਨਵਾ ਸਕਦੇ। ਆਪ ਹੀ ਦੱਸਿਆ ਪੀਰ ਮੁਹੰਮਦ ਜੀ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਹੈ ਇਹ ਮੋਰਚਾ ਚੱਲ ਰਿਹਾ ਹੈ, ਵਾਹਿਗੁਰੂ ਦਾ ਜਾਪ ਹੁੰਦਾ, ਤੁਸੀਂ ਆਪ ਹੀ ਹੈ। ਪਰ ਉਸ ਤੋਂ ਬਾਅਦ ਵੀ ਇਹ ਅਪੀਲਾਂ ਕਰਨੀਆਂ, ਇਹ ਦਲੀਲਾਂ ਦੇਣੀਆਂ ਪੈਣ ਕਿ ਪੁਰਅਮਨ ਸ਼ਾਂਤੀ ਦੇ ਨਾਲ, ਕੀ ਇਹ ਸਬਰ ਪਰਖਣ ਦੀ ਘੜੀ ਹੁੰਦੀ ਹੈ? ਨਹੀਂ, ਇਹ ਦੇਖੋ ਇਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਇੱਕ ਜਗ੍ਹਾ ਤੇ ਬੈਠੇ ਹੋ, ਕਿਉਂ ਬੈਠੇ ਹੋ ਕਿ ਸਰਕਾਰ ਦਾ ਧਿਆਨ ਆਪਣੇ ਵੱਲ ਦਵਾਇਆ ਜਾਵੇ ਕਿ ਸਾਡੀਆਂ ਮੰਗਾਂ ਕਿਸੇ ਤਰੀਕੇ ਨਾਲ ਮੰਨੀਆਂ ਜਾਣ। ਤੇ ਜਦੋਂ ਸਰਕਾਰ ਅੰਨੀ ਬੋਲੀ ਹੋ ਕੇ ਬਿਲਕੁਲ ਆਪਣੇ ਕੰਨ ਵੀ ਬੰਦ ਕਰ ਲਵੇ, ਅੱਖਾਂ ਵੀ ਬੰਦ ਕਰ ਲਵੇ, ਤਾਂ ਫਿਰ ਕੋਈ ਤਰੀਕਾ ਤਾਂ ਹੋਣਾ ਚਾਹੀਦਾ ਨਾ ਜਿਸ ਦੇ ਨਾਲ ਉਹਨਾਂ ਨੇ ਸਿਰਫ ਉਧਰ ਨੂੰ ਜਾਣ ਵਾਸਤੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ 5-5 ਸਿੰਘਾਂ ਦਾ ਜਿਹੜਾ ਜਥਾ ਉੱਥੇ ਜਾ ਕੇ ਜਿਹੜਾ ਮੁੱਖ ਮੰਤਰੀ ਨੂੰ ਆਪਣਾ ਮੰਗ ਪੱਤਰ ਦੇਵੇ, ਜਾਂ ਜਿਹੜਾ ਯੂਟੀ ਪ੍ਰਸ਼ਾਸਨ ਹੈ ਉਹ ਸਾਡੀ ਮੰਗ ਲੈ ਕੇ ਗਵਰਨਰ। ਚਲੋ ਠੀਕ ਹੈ। ਇਸ ਤੋਂ ਪਹਿਲਾਂ ਕਿ ਮੈਂ ਜੈਬਾਨ ਸਾਹਿਬ ਕੋਲੇ ਮਾਫੀ ਚਾਹੁੰਦਾ ਕਿ ਨਰਿੰਦਰ ਸੰਧੂ ਸਾਹਿਬ ਕੋਲੇ ਜਾਵਾਂ, ਪਰ ਮੈਂ ਕਰਨਲ ਸਾਹਿਬ ਇੱਕ ਵਾਰ ਤੁਹਾਡੇ ਤੋਂ ਜ਼ਰੂਰ ਇਸ ਤੇ ਰਿਐਕਸ਼ਨ ਲੈਣਾ ਚਾਹੁੰਦਾ ਵੀ ਜਿਹੜਾ ਕੇਂਦਰ ਦੇ ਇਖਤਿਆਰ ਦੇ ਵਿੱਚ ਹੈ ਉਹ ਤਾਂ ਹੋਣਾ ਚਾਹੀਦਾ, ਬੀਇੰਗ ਏ ਪੰਜਾਬੀ, ਬੀਇੰਗ ਏ ਸਿੱਖ, ਕਿਉਂਕਿ ਇਹ ਮਸਲਾ ਬਿਲਕੁਲ ਹੀ ਵੱਖਰਾ। ਜਿਵੇਂ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਬਲਾਤਕਾਰੀ ਹੈ, ਕਾਤਲ ਹੈ, ਉਹ ਪੈਰੋਲ ਤੇ ਆ ਸਕਦੇ ਆ, ਉਹਨਾਂ ਦਾ ਚਾਲ ਚੱਲਣ ਠੀਕ ਦੱਸਿਆ ਜਾਂਦਾ, ਵਿਹਾਰ ਠੀਕ ਦੱਸਿਆ ਜਾਂਦਾ, ਉਹਨਾਂ ਤੋਂ ਸਮਾਜ ਨੂੰ ਕੋਈ ਖਤਰਾ ਨਹੀਂ। ਇਹਨਾਂ ਤੋਂ ਕੀ ਖਤਰਾ ਹੈ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ? ਕਈ ਤਾਂ ਕੇਸਿਸ ਇਹ ਨੇ ਕਿ ਮੈਂਟਲੀ ਤੌਰ ਤੇ ਹੁਣ ਪੂਰੀ ਤਰ੍ਹਾਂ ਉਹ ਠੀਕ ਵੀ ਨਹੀਂ ਨੇ।
ਬੜਾ ਚੰਗਾ ਸਵਾਲ ਹੈ ਜੀ। ਹੁਣ ਮੈਂ ਤੁਹਾਨੂੰ ਜਵਾਬ ਦਿੰਦਾ। ਤੇ ਪੀਰ ਮੁਹੰਮਦ ਸਾਹਿਬ ਨੇ ਕਾਫੀ ਚੰਗੀ ਤਰ੍ਹਾਂ ਇਸ ਕੇਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹਨਾਂ ਦੀ ਇਹਦੇ 'ਚ ਨੌਲੇਜ ਬਹੁਤ ਹੈ ਤੇ ਬੜਾ ਸੰਖੇਪ 'ਚ ਉਹਨਾਂ ਨੇ ਕਈ ਕੁਝ ਦੱਸ ਦਿੱਤਾ, ਜੋ ਕਿ ਠੀਕ ਹੈ ਉਹਨਾਂ ਨੇ ਜੋ ਕਿਹਾ ਹੈ, ਇਟਸ ਨਾਟ ਰੋਂਗ। ਸੋ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਾਂਗਾ ਕਿ 2019 ਦੇ ਵਿੱਚ ਜਦੋਂ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਸਾਡਾ ਕੋਲੀਸ਼ਨ ਪਾਰਟਨਰ ਸੀਗਾ, ਉਹਨਾਂ ਦੇ ਵੱਲੋਂ ਇੱਕ ਆਈ ਸੀਗੀ, ਲਿਸਟਾਂ ਤਿਆਰ ਹੋਈਆਂ ਸੀਗੀਆਂ ਇਹਨਾਂ ਨੂੰ ਬੰਦੀ ਸਿੰਘਾਂ ਨੂੰ ਰਿਲੀਜ਼ ਕਰਨ ਦੇ ਵਾਸਤੇ, ਤੇ ਅਸੀਂ ਉਹਨਾਂ ਨੂੰ ਇੱਕ ਆਸ਼ਵਾਸਨ ਦਿੱਤਾ ਸੀਗਾ ਕਿ ਅਸੀਂ ਕਰਾਂਗੇ। ਉਸ ਦੇ ਬਾਅਦ ਹੁਣ ਤੱਕ ਜਿਹੜੀਆਂ ਲਿਸਟਾਂ ਆਈਆਂ ਸੀਗੀਆਂ ਉਹਦੇ ਵਿੱਚ ਬਲਬੀਰ ਸਿੰਘ, ਵਰਿਆਮ ਸਿੰਘ ਤੇ ਹਰਜਿੰਦਰ ਸਿੰਘ ਦਾ ਨਾਮ ਲਿਖਿਆ ਹੋਇਆ ਸੀਗਾ, ਤੇ ਪਰ ਉਹ ਪਹਿਲੇ ਰਿਲੀਜ਼ ਹੋ ਗਏ ਸੀਗੇ। ਮਤਲਬ ਸ਼੍ਰੋਮਣੀ ਅਕਾਲੀ ਦਲ ਨੇ ਸਹੀ ਤਰੀਕੇ ਨਾਲ ਲਿਸਟਾਂ ਹੀ ਨਹੀਂ ਸੀ ਬਣਾਈਆਂ ਹੋਈਆਂ, ਤੇ ਉਹਦੇ ਵਿੱਚ ਨੰਦ ਸਿੰਘ ਜੀ, ਸੁਬੇਸ਼ ਸਿੰਘ, ਭਾਈ ਲਾਲ ਸਿੰਘ ਤੇ ਭਾਈ ਹਰਦੀਪ ਸਿੰਘ ਦਾ ਨਾਂ ਹੀ ਨਹੀਂ ਸੀਗਾ। ਐਨੀਵੇ ਉਹ ਆਪਾਂ ਸਾਰੀਆਂ ਲਿਸਟਾਂ ਤਿਆਰ ਕਰ ਦਿੱਤੀਆਂ। ਟੂ ਕੱਟ ਅ ਲੌਂਗ ਸਟੋਰੀ ਸ਼ਾਰਟ, ਇਸ ਵੇਲੇ 2019 ਤੋਂ ਲੈ ਕੇ ਹੁਣ ਤੱਕ ਸੈਂਟਰਲ ਗਵਰਨਮੈਂਟ ਦੇ ਤਰੀਕਿਆਂ ਦੇ ਨਾਲ 7 ਬੰਦੀ ਸਿੰਘ ਜਿਹੜੇ ਨੇ ਉਹ ਰਿਲੀਜ਼ ਹੋ ਚੁੱਕੇ ਨੇ ਤੇ ਉਹ ਆਪਣੇ ਘਰ ਬੈਠੇ ਨੇ। ਬਲਵੀਰ ਸਿੰਘ, ਭਾਈ ਵਰਿਆਮ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਨੰਦ ਸਿੰਘ, ਭਾਈ ਸ਼ੁਭੇਗ ਸਿੰਘ, ਭਾਈ ਲਾਲ ਸਿੰਘ ਤੇ ਭਾਈ ਹਰਦੀਪ ਸਿੰਘ, ਇਹ ਤੇ ਹੋ ਗਏ ਰਿਲੀਜ਼। ਤੇ ਅਸੀਂ ਇਹਦਾ ਕੋਈ ਸ਼੍ਰੇ ਨਹੀਂ ਚਾਹੁੰਦੇ, ਅਸੀਂ ਇਹ ਨਹੀਂ ਚਾਹੁੰਦੇ ਕਿ ਕੋਈ ਸਾਨੂੰ ਥੈਂਕ ਯੂ ਕਹੇ। ਅਸੀਂ ਆਪਣਾ ਕੰਮ ਕੀਤਾ ਹੈ, ਜਿਹੜੇ ਤਰੀਕੇ ਨਾਲ ਲੀਗਲੀ ਹੋ ਸਕਦਾ ਸੀ ਅਸੀਂ ਉਹਨਾਂ ਨੂੰ ਕਰ ਦਿੱਤਾ ਹੈ। ਹੁਣ ਦੂਸਰੀ ਗੱਲ ਆਉਂਦੀ ਹੈ, ਜਿਹੜੇ ਬਾਕੀ ਹੈਗੇ ਨੇ ਉਹਨਾਂ ਵਿੱਚੋਂ 7 ਆਫ them ਆਰ ਇਨ ਫॉर ਮਰਡਰ, ਤੇ ਉਹ ਜਿਹੜਾ ਕੇਸ ਹੈਗਾ ਉਹ ਸਾਡੇ ਵਾਸਤੇ ਬੜਾ ਕੰਪਲੈਕਸ ਹੋ ਜਾਂਦਾ ਹੈ, ਕਿਉਂਕਿ ਜਿਹੜੀ ਗਵਰਨਮੈਂਟ ਹੁੰਦੀ ਹੈ ਉਹ ਮਰਡਰ ਦੇ ਵਿੱਚ ਸੁਪਰੀਮ ਕੋਰਟ ਨੂੰ ਜਾਂ ਕਿਸੇ ਵੀ ਕੋਰਟ ਦੇ ਉੱਤੇ ਪ੍ਰੈਸ਼ਰ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਹਦੇ ਵਾਸਤੇ ਅਸੀਂ ਇੱਕ ਹੱਲ ਢੂੰਡਿਆ ਸੀਗਾ, ਅਸੀਂ ਟਰਾਈ ਕੀਤਾ ਸੀਗਾ। ਕਾਂਗਰਸ, ਹੁਣ ਸੰਧੂ ਸਾਹਿਬ ਵੀ ਇਹ ਗੱਲ ਕਰ ਲੈਣਗੇ ਉਹਨਾਂ ਦੇ ਨਾਲ, ਕਿ ਅਸੀਂ ਕਾਂਗਰਸ ਦੇ ਵਿੱਚ ਬਿੱਟੂ ਜੀ ਦੇ, ਉਹਨਾਂ ਦੇ ਬੇਅੰਤ ਸਿੰਘ ਜੀ ਦੇ ਪਰਿਵਾਰ ਨੂੰ ਰੀਚ ਆਊਟ ਕੀਤਾ ਸੀਗਾ ਕਿ ਤੁਸੀਂ ਇਹਨਾਂ ਦੀ ਰਿਮਿਸ਼ਨ ਦੇ ਵਾਸਤੇ, ਜਿੱਦਾਂ ਕਿ ਗਾਂਧੀ ਪਰਿਵਾਰ ਨੇ ਕੀਤਾ ਸੀਗਾ, ਇਹਦੇ ਬਾਰੇ ਕੋਈ ਇੱਕ ਵਾਰ ਲਿਖ ਦਿਓ ਤਾਂ ਕਿ ਸਾਨੂੰ ਵੀ ਕੋਈ ਇੱਕ ਮੌਕਾ ਮਿਲ ਜਾਏ ਅੱਗੇ ਵਧਣ ਦਾ। ਤੇ ਅਸੀਂ ਸਾਨੂੰ ਪੱਕਾ ਯਕੀਨ ਹੈ ਉਹ ਇਸ ਵੇਲੇ ਉਹ ਕਰ ਦੇਣਗੇ। ਹੁਣ ਇਹ ਜਿਹੜਾ ਬਿਲਕੁਲ ਸਹੀ ਕਿਹਾ ਪੀਰ ਮੁਹੰਮਦ ਜੀ ਨੇ ਕਿ ਅਗਰ ਇਹ ਐਡਾ ਕੰਪਲੈਕਸ ਕੇਸ ਹੈਗਾ, ਅਗਰ ਇਹਨੂੰ ਅਸੀਂ ਰਿਜ਼ੋਲਵ ਕਰਨਾ ਹੈ ਤੇ ਇਹਦੇ ਵਿੱਚ ਲੀਗਲ ਮਾਈਂਡਸ, ਸਟੇਟ ਤੇ ਸੈਂਟਰ ਨੂੰ ਇਕੱਠੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਟੇਟ ਤਾਂ ਸਾਰੇ ਤੇ ਸਟੇਟ ਦੀ ਜੇਲ੍ਹ ਦੇ ਵਿੱਚ ਹੈਗੇ ਨੇ ਤੇ ਸਾਡੇ ਵਾਸਤੇ ਬਹੁਤ ਪ੍ਰੋਬਲਮ ਪੈ ਜਾਂਦੀ ਹੈ ਇਕੱਲੇ ਕੰਮ ਕਰਨ ਵਾਸਤੇ, ਸੈਂਟਰ ਵਾਸਤੇ। ਅਗਰ ਸਾਨੂੰ ਸਟੇਟ ਗਵਰਨਮੈਂਟ ਦਾ ਸਪੋਰਟ ਮਿਲੇ ਤੇ ਸਾਡੇ ਹੱਥ ਜਿਹੜੇ ਨੇ ਉਹ ਮਜ਼ਬੂਤ ਹੋ ਜਾਂਦੇ ਨੇ। ਅਗਰ ਕਾਂਗਰਸ ਤੋਂ ਬੇਅੰਤ ਸਿੰਘ ਜੀ ਦੇ ਫੈਮਿਲੀ ਦਾ ਸਪੋਰਟ, ਪਰ ਜੈਬੰਸ ਜੀ ਸਮਾਂ ਮੰਗ ਕਰ ਰਿਹਾ ਕਿ ਇਸ ਨੂੰ ਜਲਦੀ ਤੋਂ ਪਹਿਲਾਂ ਕਰਨ ਦੀ ਜ਼ਰੂਰਤ ਹੈ, ਕਿਉਂਕਿ ਲੋਕਾਂ ਦੀਆਂ ਪੂਰੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਜੇਲ੍ਹਾਂ ਦੇ ਵਿੱਚ ਬੀਤ ਚੁੱਕੀਆਂ ਨੇ, ਉਧਰ ਲੰਘ ਗਈਆਂ ਨੇ। ਉਸ ਤੋਂ ਬਾਅਦ ਵੀ ਹਲੇ ਮਤਲਬ ਜੇਕਰ ਅਸੀਂ ਸੋਚਣ ਵਾਲੇ ਪ੍ਰੋਸੈਸ ਦੇ ਵਿੱਚ, ਕਰਨ ਵਾਲੇ ਪ੍ਰੋਸੈਸ ਦੇ ਵਿੱਚ ਰਹੇ ਤੇ ਨਵਜੋਤ ਜੀ ਸਾਡੇ ਚ ਬਹੁਤ ਸਾਰਾ ਕੁਝ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਅਸੀਂ ਬਹੁਤ ਕੁਝ ਗਵਾਇਆ। ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਬਜ਼ੁਰਗ ਜਿਹੜੇ ਆ ਸਮਾਂ ਪੈਣ ਦੇ ਨਾਲ ਗੁਜ਼ਰ ਗਏ ਸੀਗੇ। ਅਸੀਂ ਇਸੇ ਕਰਕੇ ਵਾਰ-ਵਾਰ ਇਸ ਚੀਜ਼ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ ਤਾਂ ਜੋ ਕਿ ਅਜਿਹਾ ਕੋਈ ਮਾਹੌਲ ਨਾ ਬਣੇ, ਮੁੜ ਤੋਂ ਜਿਹੜਾ ਹੈ ਪੰਜਾਬੀਆਂ ਨੂੰ ਸਿਰ ਨਾ ਦੇਣੇ ਪੈਣ, ਮੁੜ ਤੋਂ ਸਿੰਘਾਂ ਨੂੰ ਸ਼ਹੀਦੀਆਂ ਨਾ ਦੇਣੀਆਂ ਪੈਣ। ਠੀਕ ਹੈ, ਪਰ ਤੁਸੀਂ ਭਰੋਸਾ ਦਿਵਾਇਆ ਤੇ ਉਮੀਦ ਤੇ ਦੁਨੀਆ ਕਾਇਮ ਹੈ। ਮੈਂ ਨਰਿੰਦਰ ਸੰਧੂ ਸਾਹਿਬ ਤੋਂ ਪੁੱਛ ਲੈਣਾ ਚਾਹੁੰਦਾ, ਸੰਧੂ ਸਾਹਿਬ, ਜਦੋਂ ਤੁਹਾਡੀ ਸਰਕਾਰ ਸੀ, ਤੁਹਾਡੀ ਭਾਵ ਕਾਂਗਰਸ ਦੀ ਸਰਕਾਰ ਸੀ, ਉਦੋਂ ਜਿਹੜਾ ਸੂਬਾ ਸਰਕਾਰ ਦੇ ਇਖਤਿਆਰ ਦੇ ਵਿੱਚ ਸੀਗੇ ਉਹ ਕੇਸ ਕਿਉਂ ਨਹੀਂ ਹੱਲ ਕੀਤੇ ਗਏ? ਸੁਣਨ ਦੇ ਵਿੱਚ ਇਹ ਵੀ ਗੱਲ ਆਈ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਰਜੀਮ ਸੀ ਤਾਂ ਜਦੋਂ ਹਵਾਰਾ ਹੋਰਾਂ ਨੂੰ ਇੱਥੇ ਸ਼ਿਫਟ ਕਰਨਾ ਸੀ ਤਾਂ ਖਤਰਾ ਦੱਸ ਕੇ ਉਹਨਾਂ ਨੂੰ ਇੱਥੇ ਲਿਆਉਣ ਤੋਂ ਇਨਕਾਰੀ ਕਾਂਗਰਸ ਸਰਕਾਰ ਹੋ ਗਈ ਸੀ। ਜੇ ਮੈਂ ਗਲਤ ਹਾਂ ਤਾਂ ਤੁਸੀਂ ਜਵਾਬ ਦੇ ਸਕਦੇ। ਦੇਖੋ ਨਵਜੋਤ ਜੀ, ਗੱਲ ਇਹ ਆ ਵੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਹੈ। ਦੇਖੋ, ਪਹਿਲੀ ਗੱਲ ਇਹ ਆ ਵੀ ਕਾਂਗਰਸ ਨੇ ਕਦੀ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕੀਤਾ। ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਹਾਂ, ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਾਨੂੰ ਪੂਰਾ ਵਿਸ਼ਵਾਸ ਹੈ, ਕਿਉਂਕਿ ਅਸੀਂ ਭਾਰਤ ਦੇ ਨਾਗਰਿਕ ਹਾਂ। ਮੈਂ ਬੰਦੀ ਸਿੰਘ ਕੀ, ਮੈਂ ਤੇ ਇਹ ਸਪਸ਼ਟ ਕਹਿ ਰਿਹਾ ਵੀ ਕਿਸੇ ਵੀ ਬੰਦੇ ਨੇ, ਇੰਡੀਆ ਦੇ ਬੰਦੇ ਨੇ 25 ਸਾਲ ਜਾਂ 30 ਸਾਲ ਜਾਂ 32 ਸਾਲ ਜੇਲ੍ਹ 'ਚ ਕੱਟ ਲਏ ਨੇ, ਕਿਸੇ ਵੀ ਕੇਸ 'ਚ ਉਹਨੇ ਕੱਟ ਲਏ ਨੇ। ਜੇ ਭਾਰਤੀ ਸੰਵਿਧਾਨ ਦੇ ਵਿੱਚ ਉਹਨੂੰ ਰਿਹਾ ਕਰਨਾ ਤੇ ਉਹਨੂੰ ਕਰ ਦੇਣਾ ਚਾਹੀਦਾ, ਮਾਨਵਤਾ ਦੇ ਆਧਾਰ ਤੇ ਉਹਨੂੰ ਰਿਹਾ ਕਰ ਦੇਣਾ ਚਾਹੀਦਾ। ਦੇਖੋ, ਅਕਾਲੀ ਦਲ ਇਹ ਸਾਰੇ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ, ਮੈਂ ਸਾਰਿਆਂ ਦੀ ਗੱਲ ਕਰਦਾ। ਪਰ ਜੈਬੰਸ ਜੀ ਕਹਿੰਦੇ ਆ ਕਿ ਜੇਕਰ ਬੇਅੰਤ ਸਿੰਘ ਪਰਿਵਾਰ ਦੀ ਉਹਨਾਂ ਨੂੰ ਇੱਕ ਸਹਿਮਤੀ ਮਿਲ ਜਾਵੇ, ਉਹ ਇਸ ਦੇ ਉੱਤੇ ਆਪਣਾ ਉਹ ਪ੍ਰਗਟਾ ਦੇਣ
ਤਾਂ ਇਹ ਕੇਸ ਸੋਲਵ ਕਰਨਾ ਬਹੁਤ ਸੌਖਾ ਹੋ ਜਾਊਗਾ। ਦੇਖੋ ਜੈਬੰਦ ਸਿੰਘ ਨੇ ਬੜਾ ਸਵਾਲ ਵਧੀਆ ਕੀਤਾ ਹੈ। ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਹੈ ਵੀ ਰਾਜੀਵ ਗਾਂਧੀ ਜੀ ਦੇ ਹੱਤਿਆਕਾਂਡ ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਜੀ ਜਾਂ ਪ੍ਰਿੰਕਾ ਗਾਂਧੀ ਨੇ ਜਿਹੜਾ ਉਹਨਾਂ ਨੂੰ ਮਾਫ ਕੀਤਾ ਸੀਗਾ, ਪਰ ਉਹ ਪ੍ਰੋਸੈਸ ਹੈ, ਉਹਦੇ ਵਿੱਚ ਵੀ ਉਹਨਾਂ ਨੂੰ ਬੇਲ ਮਿਲੀ, ਉਸ ਤੋਂ ਬਾਅਦ ਉਹ ਰਿਹਾ ਹੋ ਕੇ ਬਾਹਰ ਆਏ। ਦੇਖੋ ਇਹ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਨਿੱਜੀ ਕੁਐਸਚਨ ਕਰਕੇ ਪੁੱਛ ਸਕਦੇ ਜੀ। ਇਹ ਕਾਂਗਰਸ ਦਾ ਨਹੀਂ ਬਿਆਨ, ਇਹ ਕਾਂਗਰਸ ਦਾ ਮਸਲਾ ਨਹੀਂਗਾ, ਉਹਨਾਂ ਦਾ ਨਿੱਜੀ ਗੱਲ ਹੈ। ਉਹ ਹੈ ਤਾਂ ਕਾਂਗਰਸੀ ਨੇ। ਮੈਂ ਮੰਨਦਾ ਤੁਹਾਡੀ ਗੱਲ। ਦੇਖੋ ਬਿੱਟੂ ਜੀ ਨੇ ਅੱਗੇ ਇੱਕ ਬਿਆਨ ਦਿੱਤਾ ਸੀ ਵੀ ਕੋਈ ਸਿੰਘ ਜਿਹੜੇ ਆ ਉਹ ਨਹੀਂ ਤੇ ਆਉਣਾ ਚਾਹੀਦੇ, ਉਹ ਕਾਂਗਰਸ ਦਾ ਬਿਆਨ ਨਹੀਂ ਸੀ, ਉਹਨਾਂ ਦਾ ਆਪਣਾ ਬਿਆਨ ਸੀ। ਕਿਉਂਕਿ ਉਹਨਾਂ ਦਾ ਵੇਖੋ, ਉਹਨਾਂ ਦਾ ਵੀ ਦਰਦ ਆਪਣੀ ਥਾਂ ਤੇ ਹੈ ਨਾ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਦਾਦਾ ਜੀ ਦੀ ਬੰਬ ਨਾਲ ਉਡਾ ਕੇ ਹੱਤਿਆ ਹੋਈ ਸੀ, ਉਹਨਾਂ ਦੇ ਆਪਣੇ ਇਮੋਸ਼ਨ ਨੇ। ਪਰ ਅਸੀਂ ਫਿਰ ਵੀ ਅਸੀਂ ਕਿਹਾ ਨਿਆਂ ਪ੍ਰਣਾਲੀ ਦੇ ਵਿੱਚ ਸਾਨੂੰ ਵਿਸ਼ਵਾਸ ਹੈ, ਜਿੰਨੇ ਸਜ਼ਾ ਪੂਰੀ ਕਰ ਲਈ ਆ ਉਹ ਕੋਈ ਵੀ ਬੰਦਾ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਬੰਦਾ ਜਿਹੜਾ ਇੰਡੀਅਨ ਜੇਲ੍ਹਾਂ ਦੇ ਵਿੱਚ ਆ, ਜਿੰਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ, ਕੋਈ ਵੀ ਆ। ਇੱਧਰ ਬੰਦੀ ਸਿੰਘ, ਇਹ ਸਿਰਫ ਅਕਾਲੀ ਦਲ ਵਾਲੇ ਬੰਦੀ ਸਿੰਘ ਦੀ ਗੱਲ ਕਰਦੇ, ਮੈਂ ਕਿਸੇ ਦੀ, ਮੈਂ ਸਾਰੇ ਇੰਡੀਆ ਦੀ ਗੱਲ ਕਰਦਾ, ਮੈਂ ਪੰਜਾਬ ਦੀ ਗੱਲ ਹੀ ਨਹੀਂ ਕਰਦਾ। ਇੰਡੀਆ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਜਿਹੜਾ 30 32 ਸਾਲ ਤੋਂ ਬੈਠਾ, ਹੋਰ ਵੀ ਨਵਜੋਤ ਜੀ, ਹੋਰ ਤੁਸੀਂ ਜਾ ਕੇ ਦੇਖੋ, ਕਈ ਬੰਦੇ ਕੇਸਾਂ ਦੇ ਵਿੱਚ ਅੰਦਰ ਜ਼ਿੰਦਗੀ ਆਪਣੀ ਤਬਾਹ ਹੋ ਰਹੀਆਂ ਨੇ, ਸੜ ਰਹੀਆਂ ਨੇ ਉਹਨਾਂ ਨੂੰ ਵੀ ਤਰਸ ਦੇ ਆਧਾਰ ਤੇ ਸਾਰਿਆਂ ਨੂੰ ਬਾਹਰ ਕੱਢ ਦੇਣਾ ਚਾਹੀਦਾ। ਸਿਰਫ ਬੰਦੀ ਸਿੰਘਾਂ ਨੂੰ ਨਹੀਂ ਕੱਢਣਾ ਚਾਹੀਦਾ, ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਜਿਨ੍ਹਾਂ ਨੇ 25 ਸਾਲ 30 ਸਾਲ ਜਾਂ ਜਿਹੜੇ 35 ਸਾਲ ਅੰਦਰ ਕੱਟ ਰਹੇ ਨੇ। ਅਸੀਂ ਕਦੀ ਵੀ ਇਸ ਚੀਜ਼ ਦਾ ਜਿਹੜਾ ਵਿਰੋਧ ਨਹੀਂ ਕੀਤਾ। ਸਮਾਜ ਦੇ ਵਿੱਚ ਮੈਸੇਜ ਕੀ ਜਾਂਦਾ ਹੈ, ਸੁਨੇਹਾ ਕੀ ਜਾਂਦਾ ਹੈ? ਜਿਹੜਾ ਬੰਦਾ ਬਲਾਤਕਾਰ ਕਰਦਾ ਹੈ, ਡੇਰਿਆਂ ਚੋਂ ਕੰਕਾਲ ਨਿਕਲਦੇ ਆ, ਸੱਚ ਬੋਲਣ ਵਾਲੇ ਦੀ ਆਵਾਜ਼ ਦਬਾਉਣ ਦੇ ਲਈ ਉਹਦੀ ਕਲਮ ਹੀ ਕਤਲ ਨਹੀਂ ਕਰਦਾ, ਉਹਦਾ ਸਿਰ ਕਲਮ ਕਰ ਦਿੰਦਾ ਹੈ, ਔਰ ਉਹ ਆਚਰਣ ਦੇ ਪੱਖੋਂ, ਵਿਹਾਰ ਦੇ ਪੱਖੋਂ ਬਾਹਰ ਆ ਸਕਦਾ ਹੈ। ਪਰ ਜਿਵੇਂ ਤੁਸੀਂ ਕਈ ਕਿਸੇ ਦੀ ਗੱਲ ਕੀਤੀ ਹੈ, ਲੋਕ ਅੰਦਰ ਸੜ ਰਹੇ ਆ। ਸੁਨੇਹਾ ਕੀ ਜਾਂਦਾ ਸਮਾਜ ਦੇ ਵਿੱਚ, ਡੈਮੋਕ੍ਰੈਟਿਕ ਕੰਟਰੀ ਦੇ ਵਿੱਚ? ਨਵਜੋਤ ਜੀ, ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈ। ਬਿਲਕੁਲ, ਬੀਇੰਗ ਅ ਕਾਂਗਰਸੀ, ਮੈਂ ਪੰਜਾਬੀ ਵੀ ਹਾਂ, ਮੈਂ ਇਸ ਮੁਆਸ਼ਰੇ ਦਾ ਹਿੱਸਾ ਵੀ ਹਾਂ। ਮੈਂ ਚਾਹੁੰਦਾ ਪਾਰਸ਼ੈਲਿਟੀ ਨਹੀਂ ਹੋਣੀ ਚਾਹੀਦੀ, ਵਜਨ ਬਰਾਬਰ ਤੋਲਣਾ ਚਾਹੀਦਾ। ਜਦੋਂ ਤੁਸੀਂ ਨਿਆਂ ਕਰੋ, ਬਰਾਬਰ ਕਹੋ। ਬਿਲਕੁਲ ਅਸੀਂ ਖਿਲਾਫ ਹਾਂ ਜਿਹੜੇ 1 ਸਾਲ ਦੇ ਵਿੱਚ 4-4 ਵਾਰੀ ਜਿਹਨੂੰ ਪੈਰੋਲ ਮਿਲ ਜਾਂਦੀ ਆ, ਤੇ ਕਈਆਂ ਵਿਚਾਰਿਆਂ ਨੂੰ ਸਾਰੀ ਉਮਰ ਪੈਰੋਲ ਮਿਲਦੀ ਨਹੀਂ। ਇਹ ਗਲਤ ਗੱਲ ਹੈ। ਪੈਰੋਲ ਤੋਂ ਵੀ ਗੱਲ ਅੱਗੇ ਚਲੀ ਗਈ ਹੈ, ਸਜ਼ਾ ਵੀ ਮਾਫ ਹੋਈ ਹੈ। ਬਿਲਕੁਲ ਬਿਲਕੁਲ ਬਿਲਕੁਲ, ਸਜ਼ਾ ਮਾਫ ਹੋਈ ਹੈ। ਉਹ ਫਿਰ ਬਾਹਰ ਆ ਕੇ ਉਹ ਆਪਣੇ ਗਾਣੇ ਗਾਉਂਦੇ ਨੇ, ਲੋਕਾਂ ਨੂੰ ਪ੍ਰਵਚਨ ਦਿੰਦੇ ਨੇ। ਇਹ ਗੱਲ ਗਲਤ ਹੈ। ਦੇਖੋ ਕੌਮੀ ਇਨਸਾਫ ਮੋਰਚਾ ਤੁਸੀਂ ਜਿਵੇਂ ਚੰਡੀਗੜ੍ਹ ਸਰਕਾਰਾਂ ਨੂੰ ਮੂੰਹ ਚੜਾਉਂਦੇ ਆ, ਕਹਿੰਦੇ ਅਸੀਂ ਨਸ਼ਾ ਅਸੀਂ ਛਡਾਵਾਂਗੇ, ਅਸੀਂ ਛਡਾ ਰਹੇ ਹਾਂ, ਇੰਨੇ ਬੰਦੇ ਛਡਾ ਚੁੱਕੇ ਆ। ਸਰਕਾਰਾਂ ਇਹ ਕੰਮ ਕਰ ਨਹੀਂ ਸਕੀਆਂ, ਸ਼ਾਇਦ ਤਾਂ ਹੀ ਕਹਿ ਰਹੇ ਨੇ। ਨਹੀਂ ਨਵਜੋਤ ਜੀ, ਸਰਕਾਰਾਂ ਦਾ ਦੋਸ਼ ਵੀ ਕਿਸੇ ਨਾ ਕਿਸੇ ਹੱਦ ਤੱਕ ਮੰਨਿਆ ਜਾ ਸਕਦਾ। ਬਿਲਕੁਲ ਇਨਸਾਫ ਕਰੀਏ ਤੇ ਬਿਲਕੁਲ ਇਹ ਦੇਖੋ, ਉਹਨਾਂ ਨੂੰ ਬਾਹਰ ਕਿਹਨੇ ਕੱਢਿਆ? ਉਹਨਾਂ ਨੂੰ ਬਾਹਰ ਸਰਕਾਰ ਨੇ ਕੱਢਿਆ। ਅਸੀਂ ਤੇ ਨਹੀਂ, ਨਾ ਸਾਡੀ ਸੂਬਾ ਸਰਕਾਰ ਹੈ, ਨਾ ਸਾਡੀ ਸੈਂਟਰ ਸਰਕਾਰ ਹੈ। ਅੱਜ ਭਾਜਪਾ ਦੇ ਉੱਪਰ ਸਰਕਾਰ ਆ, ਉੱਥੇ ਭਾਜਪਾ ਦੀ ਸਰਕਾਰ ਹੈ, ਅਸੀਂ ਤੇ ਉਹਨਾਂ ਨੂੰ ਕੱਢਿਆ ਹੀ ਨਹੀਂ। ਕਿਹੜੇ ਉਹ ਤੁਸੀਂ ਪੱਤਰਕਾਰ ਹੋ, ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਕਿਹੜੀ ਧਾਰਾ ਦੇ ਤਹਿਤ ਉਹਨਾਂ ਨੂੰ ਤੁਸੀਂ 4-4 ਵਾਰੀ ਬੇਲ ਦਿੰਦੇ ਹੋ, ਤੇ ਫਿਰ ਨਾਲ ਦੇ ਨਾਲ ਤੁਹਾਡੇ MP, ਤੁਹਾਡੇ ਮੇਅਰ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਜੀ ਸਾਡਾ ਪ੍ਰੋਗਰਾਮ ਉੱਥੇ ਆਓ। ਉੱਥੇ ਤੁਸੀਂ ਕੀ ਲੋਕਾਂ ਨੂੰ ਜਵਾਬ ਦਿਓਗੇ? ਮਤਲਬ ਸਿਰਫ ਵੋਟ ਬੈਂਕ ਦੀ ਖਾਤਰ ਹੀ ਤੁਸੀਂ ਉਹਨਾਂ ਨੂੰ ਬੇਲ ਦੇਈ ਜਾਂਦੇ। ਜੇ ਵੋਟ ਬੈਂਕ ਦੀ ਖਾਤਰ ਹੀ ਤੁਸੀਂ ਉਹਨਾਂ ਨੂੰ ਸਭ ਕਰੀ ਜਾਂਦੇ। ਸਾਰਾ ਵੋਟ ਬੈਂਕ ਨਹੀਂਗਾ। ਜਦੋਂ ਫਿਰ ਰੱਬ ਦੀ ਲਾਠੀ ਪੈਣੀ ਉਹਦੇ ਵਿੱਚ ਆਵਾਜ਼ ਥੋੜੀ ਹੋਣੀ ਆ, ਉਹਦੇ ਵਿੱਚ ਇਨਸਾਫ ਉਹਨੇ ਆਪਣੇ ਆਪ ਕਰ ਦੇਣਾ। ਉਹਦੀ ਜਿਹੜੀ ਨਿਆਂ ਪ੍ਰਣਾਲੀ ਆ, ਉਹਦੀ ਬੜੀ ਹੋਰ ਤਰੀਕੇ ਦੀ ਆ। ਪਰ ਆਪਣੀ ਨਿਆਂ ਪ੍ਰਣਾਲੀ 'ਚ ਬਿਲਕੁਲ ਤੁਸੀਂ ਠੀਕ ਆਖਿਆ, ਇਹਨਾਂ ਨੂੰ ਬਰਾਬਰ ਤੋਲਣਾ ਚਾਹੀਦਾ। ਜੇ ਨਹੀਂ ਤੋਲਣਗੇ ਤੇ ਫਿਰ ਨਤੀਜਾ ਇਹਨਾਂ ਦਾ ਪ੍ਰਮਾਤਮਾ ਨੂੰ ਜਿਹੜਾ ਤੁਸੀਂ ਵੇਖ ਲਓ ਭੁਗਤਣਾ ਪਏਗਾ। ਠੀਕ ਹੈ ਪੀਰ ਮੁਹੰਮਦ ਜੀ, ਮੇਰਾ ਸਵਾਲ ਸੀ ਜੋ ਨਰਿੰਦਰ ਸੰਧੂ ਸਾਹਿਬ ਹੋਰਾਂ ਨੇ ਉਹਦਾ ਸਪਸ਼ਟ ਜਵਾਬ ਤਾਂ ਨਹੀਂ ਦਿੱਤਾ, ਪਰ ਗਲਤ ਸੀ ਸਹੀ ਸੀ, ਉਹਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਡੇ ਤੋਂ ਜਵਾਬ ਜ਼ਰੂਰ ਚਾਹੁੰਦਾ। ਜਗਤਾਰ ਸਿੰਘ ਹਵਾਰਾ ਹੋਰਾਂ ਦੇ ਕੇਸ 'ਚ ਦੇਖੋ ਧਾਲੀਵਾਲ ਸਾਹਿਬ, ਇੱਕ ਗੱਲ ਸਪਸ਼ਟ ਹੈ ਕਿ ਦੇਸ਼ ਦਾ ਜਿਹੜਾ ਕਾਨੂੰਨ ਹੈ, ਆਪਾਂ ਕਾਨੂੰਨ ਦੀ ਗੱਲ ਕਰੀਏ, ਉਹਦੇ ਵਿੱਚ ਸੰਧੂ ਸਾਹਿਬ ਕੀ ਕਹਿੰਦੇ ਆ, ਕਰਨਲ ਸਾਹਿਬ ਕੀ ਕਹਿੰਦੇ, ਕਰਨੈਲ ਸਿੰਘ ਪੀਰ ਮੁਹੰਮਦ ਕੀ ਕਹਿੰਦਾ, ਉਹਨੂੰ ਪਾਸੇ ਰੱਖ ਦਿਓ। ਦੇਖੋ ਕਾਨੂੰਨ ਕੀ ਕਹਿੰਦਾ ਹੈ ਕਿ ਇਸ ਦੇਸ਼ ਦਾ ਕੋਈ ਵੀ ਨਾਗਰਿਕ ਜਦੋਂ ਉਹਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹ ਸਜ਼ਾ ਜਦੋਂ ਪੂਰੀ ਕਰ ਲੈਂਦਾ ਤਾਂ ਉਸ ਨੂੰ ਰਿਹਾ ਕੀਤਾ ਜਾਣਾ ਚਾਹੀਦਾ। 1 ਮਿੰਟ ਵੀ ਉਹਨੂੰ ਤੁਸੀਂ ਅੰਦਰ ਨਹੀਂ ਰੱਖ ਸਕਦੇ। ਤਾਂ ਤੁਸੀਂ ਇਹ ਦੇਖੋ ਕਿ ਇਹ ਅੱਜ ਸਿੱਖ ਕਮਿਊਨਿਟੀ ਉਹਨਾਂ ਦੇ ਨਾਲ ਕਿਉਂ ਹਮਦਰਦੀ ਰੱਖ ਰਹੀ ਹੈ, ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਲੋਕ ਕਿਉਂ ਹਮਦਰਦੀ ਰੱਖ ਰਹੇ ਆ? ਕਿਉਂਕਿ 2 ਕਾਰਨ ਨੇ। ਜਦੋਂ ਇਹ ਘਟਨਾਕ੍ਰਮ ਵਾਪਰਿਆ, ਪੰਜਾਬ ਦੇ ਵਿੱਚ ਇੱਕ ਆਰਮਡ ਸਟਰਗਲ ਚੱਲ ਰਹੀ ਸੀ, ਉਸ ਦੇ ਵਿੱਚ ਬਹੁਤ ਸਾਰਾ ਘਾਣ ਹੋ ਰਿਹਾ ਸੀ ਦੋਨਾਂ ਪਾਸਿਆਂ ਤੋਂ। ਪੁਲਿਸ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਸੀ, ਸਿੱਖ ਨੌਜਵਾਨ ਆਪਣੇ ਗੁੱਸੇ ਦਾ ਪ੍ਰਗਟਾਵਾ ਆਪਣੇ ਢੰਗ ਨਾਲ ਕਰ ਰਹੇ ਸੀ। ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ, ਮੁੱਖ ਮੰਤਰੀ ਉਸ ਵੇਲੇ ਜਿਹੜਾ ਬੇਅੰਤ ਸਿੰਘ ਦਾ, ਤਾਂ ਉਸ ਦੇ ਵਿੱਚ ਜਿਹੜੇ ਇਮੋਸ਼ਨ ਵੀ ਜੁੜੇ ਹੋਏ ਸੀ। ਕਿਉਂਕਿ ਤੁਸੀਂ ਦੇਖੋ, ਚਲੋ ਆਪਾਂ ਸਾਰੀ ਗੱਲ ਮੁਕਾਉਂਦੇ ਆ। ਮੁੱਕਦੀ ਗੱਲ ਇਹ ਹੈ ਕਿ ਉਹ ਐਕਟ ਦਾ ਰਿਐਕਟ ਸੀ, ਉਹ ਐਕਸ਼ਨ ਦਾ ਰਿਐਕਸ਼ਨ ਹੋਇਆ ਸੀਗਾ। ਹੁਣ ਇਹ ਗੱਲ ਸੁਣੋ, ਹੁਣ ਇਹ ਗੱਲ ਸੁਣੋ,
ਕਿ ਜਦੋਂ ਮੰਨ ਲਓ ਕਿ ਇਹ ਜਿਸ ਬੰਦੇ ਦੇ ਮਗਰ ਕੋਈ ਹੈ ਹੀ ਨਹੀਂਗਾ, ਉਹਦੇ ਆਪਣੇ ਮਾਪੇ ਵੀ ਨਹੀਂ ਮਗਰ ਹੈਗੇ, ਇਹਦਾ ਮਤਲਬ ਹੈ ਕਿ ਉਹ ਰਿਹਾ ਹੀ ਨਹੀਂ ਹੋਵੇਗਾ। ਜਦੋਂ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਮਿਲ ਗਈ, ਇਹਨਾਂ ਦੇ ਪਿੱਛੇ ਤਾਂ ਪੂਰੀ ਕੌਮ ਹੈ, ਦੁਨੀਆ ਭਰ ਦਾ ਡਾਇਸਪੋਰਾ, ਜਿਹੜਾ ਬਾਹਰਲੇ ਸਾਡੇ ਲੋਕ ਨੇ ਉਹ ਵੀ ਨਾਲ ਨੇ, ਇੱਥੋਂ ਦੇ ਲੋਕ ਵੀ ਨਾਲ ਨੇ। ਲੇਕਿਨ ਮੈਂ ਇੱਕ ਸਵਾਲ ਕਰਦਾ ਆਪਣੇ ਬੁਲਾਰੇ ਸਾਹਿਬਾਨ ਨੂੰ, ਮੰਨ ਲਓ ਕਿ ਕਿਸੇ ਦੇ ਮਗਰ ਕੋਈ ਹੈ ਹੀ ਨਹੀਂਗਾ, ਕੋਈ ਉਹਨਾਂ ਦੀ ਪੈਰਵਾਈ ਕਰਨ ਵਾਲਾ ਨਹੀਂ, ਵਕੀਲ ਵੀ ਨਹੀਂ ਹੈਗਾ, ਕੋਈ ਉਹ ਦਲੀਲ ਵੀ ਨਹੀਂ ਆਪਣੀ ਦੇ ਸਕਦੇ, ਲੇਕਿਨ ਉਹਨਾਂ ਨੂੰ ਸਜ਼ਾ ਹੋ ਗਈ ਹੈ, ਤਾਂ ਉਹਦਾ ਇੱਕ ਵੈਸੇ ਹੀ ਫਰਜ਼ ਬਣਦਾ ਕਾਨੂੰਨ ਦਾ ਕਿ ਉਹ ਸਰਕਾਰ ਦਾ ਫਰਜ਼ ਬਣਦਾ ਕਿ ਉਸ ਬੰਦੇ ਨੂੰ ਜਦੋਂ ਉਹਨੇ ਸਜ਼ਾ ਕੱਟ ਲਈ ਉਹਨੂੰ ਰਿਹਾ ਕੀਤਾ ਜਾਵੇ। ਪੀਰ ਮੁਹੰਮਦ ਜੀ, ਤੁਹਾਡੀ ਤਕਰੀਰ ਦੇ ਵਿੱਚ ਹੀ ਸਵਾਲ ਪਿਆ, ਤੁਸੀਂ ਕਹਿ ਰਹੇ ਹੋ ਕਿ ਜਿਹਨੇ ਇਹ ਕਾਨੂੰਨ ਕਹਿੰਦਾ ਹੈ, ਜਿਹਨੇ ਸਜ਼ਾ ਪੂਰੀ ਕਰ ਲਈ ਹੈ, ਸਜ਼ਾ ਕੱਟ ਲਈ ਹੈ, ਉਹਨੂੰ ਰਿਹਾ ਕਰਨਾ ਚਾਹੀਦਾ ਹੈ। ਸਵਾਲ ਹੀ ਹੈ, ਚਰਚਾ ਹੀ ਇਸੇ ਕਰਕੇ ਮੁਨੱਕਦ ਕੀਤੀ ਹੈ, ਰਿਹਾ ਕਿਉਂ ਨਹੀਂ? ਹੁਣ ਪਤਾ ਕਿ ਮੈਂ ਇਹਨੂੰ ਅਗਲੀ ਚਰਚਾ ਦੇ ਵਿੱਚ ਵੇਖਦਾ ਕਿ ਇਹਦੇ ਉੱਤੇ ਇੱਕ ਰਾਜਨੀਤੀ ਖੇਡੀ ਜਾ ਰਹੀ ਹੈ। ਰਾਜਨੀਤੀ ਕੀ ਹੈ ਕਿ ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ, ਤਾਂ ਕਾਂਗਰਸ, ਜਿਹੜੀ ਆਮ ਆਦਮੀ ਪਾਰਟੀ ਜਾਂ ਜਿਹੜੇ ਹੋਰ ਬੰਦੇ, ਉਹ ਇਹ ਗੱਲ ਕਹਿੰਦੇ ਸੀ ਕਿ ਦੇਖੋ ਜੀ, ਕਾਂਗਰਸ ਵਾਲੇ ਤਾਂ ਬਹੁਤੇ, ਅੱਜ ਠੀਕ ਹੈ ਸੰਧੂ ਸਾਹਿਬ ਇਹ ਗੱਲ ਕਹਿ ਰਿਹਾ, ਉਹ ਕਹਿੰਦੇ ਜੀ ਇਹ ਤਾਂ ਸਾਡੇ ਕਾਤਲ ਨੇ, ਇਹਨਾਂ ਨੂੰ ਤਾਂ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ। ਸਮੇਂ-ਸਮੇਂ ਉਹਨਾਂ ਦੇ ਲੀਡਰਾਂ ਦੇ, ਪ੍ਰਧਾਨਾਂ ਦੇ, ਉਹਨਾਂ ਦੇ ਜਨਰਲ ਸਕੱਤਰਾਂ ਦੇ ਬਿਆਨ ਆਉਂਦੇ ਰਹੇ, ਪਰਿਵਾਰ ਦੇ ਬਿਆਨ ਆਉਂਦੇ ਰਹੇ। ਲੇਕਿਨ ਅੱਜ ਪਰਿਸਥਿਤੀ ਬਦਲੀ ਹੋਈ ਹੈ। ਅੱਜ ਮੈਂ ਗੱਲ ਕਹਿਣਾ ਕਿ ਜਦੋਂ ਕਾਂਗਰਸ ਵੀ ਚਾਹ ਰਹੀ ਹੈ, ਬੀਜੇਪੀ ਦੇ ਪ੍ਰਵਕਤਾ ਬੈਠੇ ਨੇ, ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਇਹ ਤੁਹਾਡੀਆਂ ਹੱਕੀ ਜਾਇਜ਼ ਮੰਗਾਂ ਨੇ। ਇਹਦੇ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਰਨੈਲ ਜੀ, ਉਹਨਾਂ ਨੇ ਇਹ ਗੱਲ ਇਹ ਵੀ ਕਹੀ ਹੈ ਕਿ ਤੁਸੀਂ ਪੈਰਵੀ ਠੀਕ ਤਰੀਕੇ ਨਾਲ ਨਹੀਂ ਕੀਤੀ, ਲਿਸਟਾਂ ਜਿਹੜੀਆਂ ਦਿੱਤੀਆਂ ਉਹੀ ਤੁਸੀਂ ਠੀਕ ਤਰੀਕੇ ਨਾਲ ਨਹੀਂ ਦਿੱਤੀਆਂ, ਨਾਮ ਹੀ ਨਹੀਂ ਪਾਏ ਗਏ, ਜਿਹੜੇ ਨਾਮ ਪਾਏ ਗਏ ਉਹ ਪਹਿਲਾਂ ਰਿਹਾ ਹੋ ਗਏ। ਮੈਂ ਤਾਂ ਕਹੀ ਨਹੀਂ ਗੱਲ, ਇਹ ਤਾਂ ਜੈਬੰਸ ਜੀ ਨੇ ਕਹੀ ਇਹ ਗੱਲ, ਜਾਂ ਦੱਸੋ ਮੈਂ ਕਿਹਾ। ਹਾਂਜੀ, ਮੇਰੀ ਗੱਲ ਸੁਣੋ, ਮੈਂ ਕਰਨਲ ਸਾਹਿਬ ਦੀ ਇਹ ਸਾਰੀ ਗੱਲ ਮੰਨ ਲੈਣਾ, ਪਰ ਇਹ ਕਿੰਨੀ ਹਾਸੋਹੀਣੀ ਨਹੀਂ ਗੱਲ ਵੀ ਹੋ ਸਕਦੀ ਹੈ ਕਿ ਜਿਹੜੀ ਸਰਕਾਰ ਹੈ, ਜਿਹਨੂੰ ਆਪਾਂ ਗਵਰਨਮੈਂਟ ਕਹਿੰਦੇ, ਇੱਕ ਮਿੰਟ ਦੀ ਗੌਰ ਕਰਦੀ ਹੈ, ਉਹਨਾਂ ਕੋਲ ਤਾਂ ਸਾਰੀਆਂ ਫਾਈਲਾਂ ਨੇ। ਹਰ ਬੰਦਾ ਜਦੋਂ ਇੱਕ ਫੜਿਆ ਜਾਂਦਾ, ਉਹਦਾ ਥਾਣੇ ਤੋਂ ਲੈ ਕੇ ਡੀਐਮ ਤੱਕ ਤੇ ਡੀਐਮ ਤੋਂ ਲੈ ਕੇ ਹੋਮ ਮਿਨਿਸਟਰੀ ਤੱਕ ਹਰ ਪੱਧਰ ਦਾ ਰਿਕਾਰਡ ਜਿਹੜਾ ਹੈ ਉਹ ਮਿੰਟਾਂ ਸਕਿੰਟਾਂ ਦਾ ਉਹਨਾਂ ਦੇ ਕੋਲ ਹੁੰਦਾ। ਇਸ ਕਰਕੇ ਕਰਨਲ ਸਾਹਿਬ ਕਿ ਇਹ ਤਾਂ ਜ਼ਰੂਰੀ ਨਹੀਂਗਾ ਕਿ ਜੇ ਚਲੋ ਸਾਡੇ ਕੋਲ, ਜੇ ਅਸੀਂ ਨਹੀਂ ਸਹੀ ਢੰਗ ਨਾਲ ਪੇਸ਼ ਕਰ ਸਕੇ, ਤਾਂ ਇਹਦਾ ਇਹ ਤਾਂ ਮਤਲਬ ਨਹੀਂਗਾ ਕਿ ਇਹ ਬਹਾਨਾ ਸਰਕਾਰ ਕਰੇ ਕਿ ਉਹਨਾਂ ਨੂੰ ਤੁਸੀਂ ਰਿਹਾ ਨਹੀਂ ਕਰਨਾ ਜਾਂ ਉਹਨਾਂ ਦੀ ਸਥਿਤੀ। ਹੁਣ ਦੇਖੋ, ਜਿਹੜੀ ਇਹ ਕਹਿ ਰਹੇ ਹਰਦੀਪ ਸਿੰਘ, ਉਹ ਕਰਨਲ ਸਾਹਿਬ ਅਸਲ ਦੇ ਵਿੱਚ ਭਾਈ ਗੁਰਦੀਪ ਸਿੰਘ ਖੇੜਾ ਹੈ, ਉਹ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਨੇ। ਅਜੇ 20 ਦਿਨ ਪਹਿਲਾਂ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ, ਉਹ ਕਹਿੰਦੇ ਮੇਰੇ ਬਾਰੇ ਇਹ ਕਹੀ ਜਾ ਰਹੀ ਹੈ ਸਰਕਾਰ ਕਿ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਕਹਿੰਦੇ ਮੈਂ ਤਾਂ ਅੱਜ ਵੀ ਜੇਲ੍ਹ ਦੇ ਵਿੱਚ, ਅੰਮ੍ਰਿਤਸਰ ਜੇਲ੍ਹ ਦੇ ਵਿੱਚ, ਮੈਂ ਛੁੱਟੀ ਕੱਟ ਕੇ ਹੁਣ ਦੁਬਾਰਾ ਉੱਥੇ ਜਾ ਰਿਹਾ, ਮੈਂ ਪੈਰੋਲ ਤੇ ਰਿਹਾ ਹੋਇਆ, ਮੈਨੂੰ ਕਦੇ ਵੀ ਪੱਕੀ ਪਰਮਾਨੈਂਟ ਜਿਹੜਾ ਮੇਰੀ ਰਿਹਾਈ ਨਹੀਂ ਹੋਈ। ਦੂਸਰੇ ਭਾਈ ਵਰਿਆਮ ਸਿੰਘ, ਉਹਨਾਂ ਨੂੰ ਯੂਪੀ ਦੀ ਗਵਰਨਮੈਂਟ ਨੇ ਰਿਹਾ ਕੀਤਾ, ਤੇ ਯੂਪੀ ਦੀ ਗਵਰਨਮੈਂਟ ਵਾਂਗ ਹੀ ਦਿੱਲੀ ਸਰਕਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਸਕਦੀ ਹੈ। ਸੋ ਇਹ ਬੜੀਆਂ ਗੁੰਝਲਦਾਰ ਜਿਹੜੀਆਂ ਨੇ ਨਾ ਪ੍ਰਸਥਿਤੀਆਂ ਨੇ, ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਸਾਡੇ ਬੰਦੀ ਸਿੰਘ ਜਿੱਥੇ ਉਹਨਾਂ ਦੇ ਕੇਸ ਪਏ ਨੇ, ਸਰਕਾਰਾਂ ਵੀ ਫੈਸਲੇ ਲੈ ਸਕਦੀਆਂ ਨੇ। ਠੀਕ ਹੈ, ਮੈਂ ਜੈਵੰਸ਼ ਜੀ ਲੈਣਾ। ਹਾਂਜੀ ਸੰਤ ਸਾਹਿਬ ਕੀ ਕਹਿ ਰਹੇ ਹੋ? ਦੇਖੋ ਪੀਰ ਮੁਹੰਮਦ ਜੀ, ਤੁਸੀਂ ਬੜੇ ਸਿਆਣੇ ਬੁਲਾਰੇ ਜੀ, ਆਪਾਂ ਬਹੁਤ ਡਿਬੇਟਾਂ 'ਚ ਬੈਠੇ ਹਾਂ। ਤੁਸੀਂ ਮੈਨੂੰ ਇਹ ਗੱਲ ਦੱਸੋ ਵੀ 10 ਸਾਲ ਤੁਹਾਡੀ ਸਰਕਾਰ ਰਹੀ ਆ, ਬੀਜੇਪੀ ਦੇ ਨਾਲ ਤੁਹਾਡੀ ਕੋਲੈਬੋਰੇਸ਼ਨ ਰਹੀ ਹੈ, ਤੁਸੀਂ ਕੋਲੈਬੋਰੇਸ਼ਨ ਉਹਨਾਂ ਦੇ ਨਾਲ ਰਹੀ ਆ, ਉਦੋਂ ਤੁਸੀਂ ਕੋਈ ਗੱਲ ਨਹੀਂ ਕੀਤੀ, ਨਾ ਹਰਸਿਮਰਤ ਕੌਰ ਬਾਦਲ ਜਾ ਕੇ ਕੋਈ ਗੱਲ ਕਰਕੇ ਆਈ ਹੈ, ਨਾ ਵੱਡੇ ਸਾਹਿਬ ਬਾਲ ਸਾਹਿਬ ਨੇ ਕੀਤੀ ਤੇ ਨਾ ਛੋਟੇ ਬਾਲ ਸਾਹਿਬ ਨੇ ਕੀਤੀ। ਅੱਜ ਪਿਛਲੀ ਵਾਰੀ ਸਾਡੀ ਇੱਕ ਮਿੰਟ ਬੇਨਤੀ ਸੁਣੋ, ਮੇਰੀ ਬੇਨਤੀ ਸੁਣੋ ਨਾ, ਪਹਿਲਾਂ ਸੁਣ ਲਓ ਫਿਰ ਤੁਸੀਂ ਜਵਾਬ ਦਿਓ ਮੇਰੇ। ਜਦੋਂ ਸਾਡੀ ਸਰਕਾਰ ਸੀ ਉਦੋਂ ਵੀ ਤੁਸੀਂ ਸਾਰੇ ਸਤਿਕਾਰਯੋਗ ਬੁਲਾਰੇ ਬਹੁਤ ਇਸ ਗੱਲ ਤੇ ਰੌਲਾ ਪਾਇਆ, ਸਾਡੀ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋਈ, ਹੁਣ ਵੀ ਤੁਸੀਂ ਪਾਇਆ। ਅਸੀਂ ਤੁਹਾਨੂੰ ਵਿਰੋਧ, ਅਸੀਂ ਤੁਹਾਨੂੰ ਪਹਿਲੋਂ ਕਹਿ ਰਹੇ ਕਦੇ ਨਹੀਂ ਕੀਤਾ। ਤੁਸੀਂ ਕਿਹਾ ਕਿਸੇ ਇੱਕ ਪਰਿਵਾਰ ਨੇ, ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿਸੇ ਇੱਕ ਪਰਿਵਾਰ ਨੇ ਨਹੀਂ, ਬੇਅੰਤ ਸਿੰਘ ਦੇ ਪਰਿਵਾਰ ਨੇ, ਬਿੱਟੂ ਜੀ ਨੇ ਸਪਸ਼ਟ ਕਹਿ ਰਹੇ, ਉਹਨਾਂ ਨੇ ਕਿਹਾ ਸੀ ਨਹੀਂ ਹੋਣੀ ਚਾਹੀਦੀ, ਤੇ ਉਹਨਾਂ ਦੇ ਇਮੋਸ਼ਨ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਜੀ ਗਿਆ ਸੀ। ਜਿਹਦੇ ਪਰਿਵਾਰ ਦਾ ਜੀ ਗਿਆ ਹੋਵੇ ਉਹਦੇ ਕੁਝ ਵੱਖਰੀ ਦੀ, ਪਰ ਉਹ ਕਾਂਗਰਸ ਦਾ ਬਿਆਨ ਨਹੀਂ ਸੀ। ਅਸੀਂ ਕਾਂਗਰਸ ਦਾ ਬਿਆਨ ਦੇ ਰਹੇ ਹਾਂ ਵੀ ਨਹੀਂ, ਅਸੀਂ ਨਹੀਂ ਕਦੀ ਇਹ ਪੋਸਟ ਕੀਤਾ। ਅੱਛਾ, ਜਿੱਥੋਂ ਤੱਕ ਗੱਲ ਰਹੀ ਤੁਹਾਡੀ, ਆਪਣਾ 10 ਸਾਲ ਤੁਹਾਡੀ ਸਰਕਾਰ ਰਹੀ, ਤੁਸੀਂ ਨਹੀਂ ਗਏ, ਤੁਸੀਂ ਜਾ ਕੇ ਪੈਰਵੀ ਕਰਦੇ ਚੰਗੀ ਤਰ੍ਹਾਂ, ਤੁਸੀਂ ਉਹਨਾਂ ਨੂੰ ਬੇਲ ਦੇ ਸਕਦੇ ਸੀ। ਅੱਜ ਰਾਮ ਰਹੀਮ ਨੂੰ 4 ਵਾਰ ਬੀਜੇਪੀ ਦੀ ਸਰਕਾਰ ਬੇਲ ਸੇ ਦੇ ਸਕਦੀ ਆ, ਤੇ ਤੁਸੀਂ ਨਹੀਂ ਸੀ ਆਪਣੀ 10 ਸਾਲ ਦੀ ਸਰਕਾਰ ਤੇ ਬੇਲ ਦੇ ਸਕਦੇ। ਤੁਸੀਂ ਤੇ ਇੱਕ ਵਾਰੀ ਵੀ ਬੇਲ ਨਹੀਂ ਦਿੱਤੀ, ਉੱਥੇ ਤੁਹਾਡਾ ਰਾਜ ਸੀ ਨਾ, ਤੁਸੀਂ ਸੀ। ਤੁਸੀਂ ਇੱਕ ਮਿੰਟ ਗੱਲ, ਬੇਨਤੀ ਸੁਣ ਲਓ, ਪੂਰੀ ਗੱਲ ਸੁਣ ਲਿਓ। ਗੱਲ ਨਵਜੋਤ ਜੀ ਇਹ ਆ, ਰਾਜਨੀਤੀ ਹੁੰਦੀ ਆ ਸਿਰਫ। ਅੱਜ ਧਰਨਿਆਂ ਚੋਂ ਨਿਕਲੀ ਪਾਰਟੀ ਜਿਹੜੀ ਅੱਜ ਉੱਥੇ ਰੌਲਾ ਪਾ ਰਹੀ ਆ, ਰੌਲਾ ਪਾਉਂਦੇ ਨੇ ਸੀ ਪਹਿਲੋਂ, ਨਹੀਂ ਜੀ ਅਸੀਂ ਪਰਨੇ ਪਾ ਕੇ ਤੇ ਇਨਕਲਾਬੀ ਨਾਰੇ ਲਾ ਕੇ
ਅਸੀਂ ਇਹ ਕਰ ਦੇਂਗੇ, ਅਸੀਂ ਉਹ ਕਰ ਦੇਂਗੇ। ਅੱਜ 92 MLA ਜਿੱਤ ਕੇ ਆ ਗਿਆ ਤੇ ਅੱਜ ਡਾਂਗਾ ਵਰਨ ਰਹੀਆਂ ਨੇ। ਅੱਜ ਇਹਨਾਂ ਦਾ ਕੋਈ MLA ਉੱਥੇ ਵੜਿਆ, ਕੋਈ ਇਹਨਾਂ ਦਾ ਵਲੰਟੀਅਰ ਵੜਿਆ ਉੱਥੇ। ਅੱਜ ਪਾਣੀ ਦੇ ਬੁਛਾਰਾਂ ਵੀ ਇਹਨਾਂ ਨੂੰ ਪੈ ਰਹੀਆਂ ਨੇ, ਅੱਜ ਡਾਂਗਾ ਵੀ ਪੈ ਰਹੀਆਂ ਨੇ, ਅੱਜ ਕੁੱਟ ਵੀ ਪੈ ਰਹੀ ਹੈ। ਜਦੋਂ ਸੱਤਾ ਲੈਣੀ ਹੁੰਦੀ ਆ ਉਦੋਂ ਕੁਝ ਹੋਰ ਗੱਲ ਕਰਦੇ ਨੇ, ਜਦੋਂ ਸੱਤਾ ਆ ਜਾਂਦੀ ਉਦੋਂ ਕੁਝ ਹੋਰ ਗੱਲ ਕਰਦੇ ਨੇ। ਅਕਾਲੀ ਦਲ ਵੀ ਇਹੋ ਆ, ਜਦੋਂ ਇਹਨਾਂ ਨੂੰ ਕੋਈ ਸੱਤਾ ਸੀ ਉਦੋਂ ਇਹਨਾਂ ਨੂੰ ਆਪਣੇ ਦੂਜੇ ਬੰਨਿਆਂ ਤੋਂ ਟਾਈਮ ਨਹੀਂ ਲੱਗਾ। ਅੱਜ ਜਦੋਂ ਇਹਨਾਂ ਨੂੰ ਪਤਾ ਸਾਡੇ ਸਿਆਸਤ ਕਲਾਸ ਜਦੋਂ ਇਹਨਾਂ ਦੀ ਸੱਤਾ ਤੋਂ ਨਿਕਲ ਗਈ, 10 ਸਾਲ ਇਹਨਾਂ ਨੂੰ ਲੋਕਾਂ ਨੇ ਨਕਾਰਤਾ। ਜੇ ਇਹਨਾਂ ਦੀ 10 ਸਾਲ ਸਰਕਾਰ ਚੰਗੀ ਰਹਿੰਦੀ, ਇਹਨਾਂ ਦੀ ਸਰਕਾਰ ਆਉਂਦੀ, ਚਲੋ ਠੀਕ ਆ, ਸਾਡੀ ਸਰਕਾਰ ਨਹੀਂ ਰਹੀ, ਹੁਣ ਆ ਜਾਂਦੀ। ਇੱਕ ਇੱਕ ਦੋ ਦੋ ਇਹਨਾਂ ਕੋਲ MLA ਰਹਿ ਗਏ ਆ। ਇਹਨਾਂ ਨੇ ਇਨਸਾਫ ਲੋਕਾਂ ਨੇ ਨਹੀਂ ਕੀਤਾ, ਤਾਂ ਕਰਕੇ ਕੰਮ ਹੋਇਆ। ਦੇਖੋ ਉਹਦੇ ਚ ਕੀ ਹੈ, ਇੱਕ ਗੱਲ ਸਮਝਣ ਦੀ ਲੋੜ ਹੈ। ਅੱਜ ਤੋਂ 10 ਸਾਲ ਪਹਿਲਾਂ ਕੀ ਸਥਿਤੀ ਸੀ ਕਿ ਕਈ ਜਿਹੜੇ ਬੰਦੀ ਸਿੰਘ ਸੀ ਉਹਨਾਂ ਦੀ ਸਜ਼ਾ ਦਾ ਜਿਹੜਾ ਕੁਝ ਨਾ ਕੁਝ, ਕਿਸੇ ਦਾ ਸਾਲ ਰਹਿੰਦਾ ਸੀ, ਕਿਸੇ ਦਾ 2 ਸਾਲ ਰਹਿੰਦੇ ਸੀ। ਤਾਂ ਜਦੋਂ BJP ਦੇ ਜਿਹੜੇ ਹੋਮ ਮਿਨਿਸਟਰ ਸਨ, ਚਾਹੇ ਅਡਵਾਨੀ ਸਾਹਿਬ ਸਨ, ਜਦੋਂ ਉਹਨਾਂ ਦੇ ਕੋਲੇ ਫਾਈਲ ਲੈ ਕੇ ਗਏ ਸੀ, ਬਾਦਲ ਸਾਹਿਬ ਜਦੋਂ ਜਾਂਦੇ ਸੀ, ਜਾਂ ਇੱਥੋਂ ਪੰਜਾਬ ਸਰਕਾਰ ਲੈ ਕੇ ਜਾਂਦੀ ਸੀ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਲੈ ਕੇ ਜਾਂਦੇ ਸੀ, ਤਾਂ ਉਸ ਵਕਤ ਕੋਈ ਨਾ ਕੋਈ ਬਹਾਨਾ ਇਹੋ ਜਿਹਾ ਬਣਾਇਆ ਜਾਂਦਾ ਸੀ ਕਿ ਦੇਖੋ ਜੀ ਕਾਨੂੰਨ ਅਨੁਸਾਰ ਹੀ ਹੋਏਗਾ ਨਾ, ਤੇ ਕਾਨੂੰਨ ਅਨੁਸਾਰ ਅਜੇ ਇਹਨਾਂ ਦੀ ਸਜ਼ਾ ਪੂਰੀ ਨਹੀਂ ਹੋਈ, ਇਹ ਸਜ਼ਾ ਪੂਰੀ ਕਰ ਲੈ। ਪੀਰ ਮੁਹੰਮਦ ਜੀ, ਤੁਸੀਂ ਫਿਰ 5 ਸਾਲ ਬਾਅਦ ਹੀ ਉਹਨਾਂ ਦੀ ਭਾਈਵਾਲੀ ਛੱਡ ਦਿੰਦੇ ਨਾ। ਤੁਸੀਂ 5 ਸਾਲ ਤੁਹਾਨੂੰ ਪਤਾ ਲੱਗ ਗਿਆ ਸੀ ਸਾਡੀ ਇੱਕ ਪੇਸ਼ਲੀ ਜਾਂਦੀ ਹੈ, ਸਾਨੂੰ ਇਹ ਬਹਾਨੇ ਬਣਾਉਂਦੇ ਨੇ। ਤੁਸੀਂ 5 ਸਾਲ ਤੋਂ ਬਾਅਦ ਫਿਰ 5 ਸਾਲ ਕਿਉਂ? ਸੱਤਾ ਸੁੱਖ ਭੋਜਨ ਵਾਸਤੇ ਤੁਸੀਂ ਨਹੀਂ, ਤੁਹਾਡੇ ਆ ਜਿਹੜੇ ਵੱਡੇ ਲੀਡਰਾਂ ਨੇ ਸੱਤਾ ਸੁੱਖ ਭੋਜਨ ਵਾਸਤੇ 5 ਸਾਲ ਹੋਰ ਖਿੱਚ ਲਿਆ। ਉਹਨਾਂ ਦਾ ਵਸ ਚੱਲਦਾ, ਹੋ ਸਕਦਾ 5 ਸਾਲ ਹੋਰ ਕੋਲੈਬੋਰੇਸ਼ਨ ਕਰ ਜਾਂਦੇ। ਆਹ ਤੇ ਲੋਕਾਂ ਨੇ ਹਾਰ ਕੇ ਆਖਿਆ ਵੀ ਭਾਈ ਛੱਡ ਦਿਓ, ਤਾਂ ਉਹਨਾਂ ਨੇ ਛੱਡਿਆ। ਇਸ ਦੇ ਵਿੱਚ ਇੱਕ ਹੋਰ ਮੇਨ ਕਾਰਨ ਹੈ ਕਿ ਦੇਖੋ, ਇਸ ਨੂੰ ਹਰ ਵਕਤ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਸੀ ਕਿ ਇਹ ਦਿੱਤਾ ਜਾਵੇ, ਕੋਈ ਨਾ ਕੋਈ ਇਹੋ ਘੜਿਆ ਜਾਂਦਾ ਸੀ ਸਰਕਾਰ ਵੱਲੋਂ ਕਿ ਦੇਖੋ ਜੀ ਅਸੀਂ ਪੂਰਾ ਇਹਦਾ ਕਰ ਰਹੇ ਹਾਂ। ਤੁਸੀਂ ਦੇਖੋ ਪਾਰਲੀਮੈਂਟ ਦਾ ਰਿਕਾਰਡ ਕੱਢ ਕੇ ਦੇਖੋ, ਰਾਜ ਸਭਾ ਦਾ ਰਿਕਾਰਡ ਕੱਢ ਕੇ ਦੇਖੋ, ਸਾਡੇ ਕੋਲ ਜਿਹੜੀਆਂ ਅਸੀਂ ਜਿੰਨੇ ਮੈਮੋਰੰਡਮ ਦਿੱਤੇ ਆ ਉਹ ਕੱਢ ਕੇ ਦੇਖ ਲਓ। ਔਰ ਇਹਨਾਂ ਬੰਦੀ ਸਿੰਘਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਤੋਂ ਲੀਗਲ ਏਡ ਜਿਹੜੀ ਹੈ ਉਹ ਆਪਣੇ ਪੱਧਰ ਤੇ ਦਿੰਦੀ ਆ ਰਹੀ ਹੈ, ਪਹਿਲੇ ਦਿਨ ਤੋਂ ਹੀ। ਮੰਨਦਾ ਹਾਂ ਤੁਹਾਡੀ, ਠੀਕ ਹੈ, ਮੰਨਦਾ ਹਾਂ, ਪਰ ਫਿਰ ਛੱਡ ਦਿੰਦੇ ਇਹਨਾਂ ਨੂੰ। ਛੱਡਦੇ ਕਿਉਂ ਨਹੀਂ ਤੁਸੀਂ ਇਹਨਾਂ ਨੂੰ? ਛੱਡਿਆ ਕਿਉਂ ਨਹੀਂ ਇਹਨਾਂ ਨੂੰ? 10 ਸਾਲ ਵੇਖੋ, ਇੱਕ ਤੁਹਾਡੀ ਕੋਈ ਵਿਆਹ ਹੋਇਆ, ਤੁਹਾਡੀ ਨਹੀਂ ਬਣ ਰਹੀ, ਤੁਸੀਂ ਤਲਾਕ ਲੈ ਲਓ। ਤੁਸੀਂ ਕਿਉਂ ਇਹਨਾਂ ਨੂੰ ਨਾਲ ਲਈ ਫਿਰੇ? 5 ਸਾਲ ਲਈ ਫਿਰੇ, ਫਿਰ ਤੁਸੀਂ 10 ਸਾਲ ਲਈ ਫਿਰੇ। ਇਹ ਤਾਂ ਜਦੋਂ ਅੰਤ ਹੋ ਗਿਆ ਫਿਰ ਤੁਸੀਂ ਛੱਡਿਆ। ਸੱਤਾ ਸੁੱਖ 10 ਸਾਲ ਭੋਗ ਕੇ ਪੀਰ ਮੁਹੰਮਦ ਜੀ ਤੁਸੀਂ ਬੜੇ ਸਿਆਣੇ ਜੇ, ਇਹਨਾਂ ਨੇ ਸੱਤਾ ਸੁੱਖ ਭੋਗਿਆ ਤੇ ਫਿਰ ਛੱਡਿਆ। ਦੇਖੋ ਇਹਦੇ ਵਿੱਚ ਸੰਧੂ ਸਾਹਿਬ ਇਹ ਇੱਕ ਕਾਰਨ ਹੋ ਸਕਦਾ, ਲੇਕਿਨ ਜੇ ਤੁਸੀਂ ਆਪਾਂ ਇਹਨਾਂ ਨੂੰ ਬਹੁਤ ਪਿੱਛੇ ਜਾ ਕੇ ਦੇਖੀਏ ਨਾ, ਇੱਕ ਸਿਸਟਮ ਜਿਹੜਾ ਚੱਲ ਰਿਹਾ, ਉਹ ਸਿਸਟਮ ਜਿਹੜਾ ਹੈ ਨਾ ਉਹ ਕਾਨੂੰਨ ਅਨੁਸਾਰ ਨਹੀਂ ਚੱਲ ਰਿਹਾ। ਇਹ ਮੰਨੋਗੇ, ਚਾਹੇ ਕਾਂਗਰਸ ਦੀ ਸਰਕਾਰ ਹੁੰਦੀ ਸੀ, ਚਾਹੇ ਈਵਨ ਦੇਖੋ ਸਾਡੇ ਸਭ ਤੋਂ ਜਿਹੜੇ ਦੋਸਤ ਸਨ ਉਹ ਚੰਦਰ ਸ਼ੇਖਰ ਜੀ ਸਨ, ਜਿਹੜੇ ਕਿ ਇੱਕ ਵਾਰ ਪ੍ਰਾਈਮ ਮਿਨਿਸਟਰ ਬਣੇ, VP ਸਿੰਘ ਸਨ। ਲੇਕਿਨ ਉਸ ਸਮੇਂ ਵੀ ਸਿੱਖ ਨੌਜਵਾਨਾਂ ਦੀ ਕਿਲਿੰਗ ਹੋਈ ਪੰਜਾਬ ਦੇ ਵਿੱਚ। ਈਵਨ ਕੈਪਟਨ ਅਮਰਿੰਦਰ ਸਿੰਘ ਨੇ ਆਪ ਮੰਨਿਆ, ਆਪਣੀ ਉਹਨਾਂ ਨੇ ਜਿਹੜੀ ਉਹ ਜੋ ਵੀ ਕਿਤਾਬ ਲਿਖ ਰਹੇ ਨੇ ਜਾਂ ਕੁਝ, ਉਹਦੇ ਵਿੱਚ ਉਹਨਾਂ ਨੇ ਆਪ ਕਿਹਾ ਕਿ ਮੈਂ ਜਿਹੜੇ ਸਿੱਖ ਨੌਜਵਾਨ ਜਾ ਕੇ ਪੇਸ਼ ਕੀਤੇ ਸੀ, ਅੱਜ ਤੱਕ ਨਹੀਂ ਮੈਨੂੰ ਪਤਾ ਲੱਗਾ ਕਿ ਉਹਨਾਂ ਨੂੰ ਕਿੱਥੇ ਉਹਨਾਂ ਨੇ ਖਪਾ ਦਿੱਤਾ। ਇਹਦਾ ਮਤਲਬ ਇਹ ਆ ਕਿ ਸੈਂਟਰ ਦੇ ਵਿੱਚ ਜਦੋਂ ਵੀ ਕੋਈ ਸਰਕਾਰ ਬਣਦੀ ਏ, ਉਹਦੇ ਵਿੱਚ ਜਿਹੜੇ ਪਾਲਿਸੀ ਮੇਕਰ ਬੈਠੇ ਹੋਏ ਆ, ਉਹ ਭਾਵੇਂ ਸਰਕਾਰ ਕਿਸੇ ਦੀ ਵੀ ਆ ਜਾਵੇ, ਲੇਕਿਨ ਉਹਨਾਂ ਨੇ ਜਦੋਂ ਤੱਕ ਆਪਣੀ ਨੀਤੀ ਨਹੀਂ ਬਦਲਣੀ, ਉਦੋਂ ਤੱਕ ਇਹ ਦੇਖੋ, ਇਹ ਮਾਈਨੋਰਿਟੀ ਤੇ ਮੈਜੋਰਿਟੀ ਨਾਲ ਜੁੜਿਆ ਹੋਇਆ ਮੁੱਦਾ ਹੈ। ਇਹਨੂੰ ਮਾਈਨੋਰਿਟੀ ਦੀ ਅੱਖ ਨਾਲ ਵੇਖਣਾ ਪਵੇਗਾ ਕਿ ਮਾਈਨੋਰਿਟੀ ਦੀਆਂ ਜਿਹੜੀਆਂ ਆਪਣੀ ਡਿਮਾਂਡਸ ਹੁੰਦੀਆਂ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਵੇ, ਉਹਦੇ ਪ੍ਰਤੀ ਕਿਹੋ ਜਿਹਾ ਤੁਹਾਡਾ ਉਸ ਰਵੱਈਏ ਦੇ ਵਿੱਚ ਸਿੱਖ ਕੌਮ ਦੇ ਨਾਲ ਹਮੇਸ਼ਾ ਧੱਕੇਸ਼ਾਹੀ ਹੋਈ ਹੈ ਤੇ ਹੁਣ ਤੱਕ ਹੁੰਦੀ ਹੈ। ਜੈਬੰਸ ਜੀ ਕਾਫੀ ਦੇਰ ਤੋਂ ਗੱਲ ਕਹਿਣੀ ਚਾਹੁੰਦੇ। ਹਾਂਜੀ ਹਾਂ, ਮੈਂ ਤਾਂ ਬਹੁਤ ਦੇਰ ਤੋਂ ਗੱਲ ਕਹਿਣੀ ਚਾਹ ਰਿਹਾ ਸੀਗਾ। ਇਹ ਇੱਕ ਦੂਸਰੇ ਨਾਲ ਡਿਬੇਟ ਸ਼ੁਰੂ ਹੋ ਗਈ। ਦੇਖੋ, ਇੱਕ ਗੱਲ ਹੈਗੀ ਹੈ ਢਾਲੀਵਾਲ ਸਾਹਿਬ, ਜਿਹੜੇ ਪੀਰ ਮੁਹੰਮਦ ਜੀ ਕਹਿ ਰਹੇ ਨੇ ਕਿ ਤੁਹਾਡੇ ਕੋਲ ਤੇ ਸਾਰੀਆਂ ਰਿਪੋਰਟਾਂ ਹੈਗੀਆਂ ਸੀਗੀਆਂ, ਉਹ ਬਿਲਕੁਲ ਸਹੀ ਕਹਿ ਰਹੇ ਨੇ। ਬਿਕੋਜ਼ ਸਾਡੇ ਕੋਲ ਰਿਪੋਰਟਾਂ ਸੀਗੀਆਂ ਤੇ ਅਸੀਂ ਉਹ 7 ਬੰਦਿਆਂ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ। ਇਹਨਾਂ ਦੇ ਵੱਲੋਂ ਜਿਹੜੀਆਂ ਲਿਸਟਾਂ ਆਈਆਂ ਨੇ, ਤੇ ਮੈਂ ਇਹ ਹੁਣ ਜਿਹੜੇ ਅੰਦਰ ਹੁਣ ਇਸ ਵੇਲੇ ਜਿਨ੍ਹਾਂ ਦੀ ਵਾਸਤੇ ਐਜੀਟੇਸ਼ਨ ਚੱਲ ਰਹੀ, ਉਹਨਾਂ ਦੇ ਵਿੱਚ ਕੋਈ ਗਲਤੀ ਸੀਗੀ ਐਕਚੁਅਲੀ। ਵੈਸੇ ਇਹਨਾਂ ਦੇ ਵੀ ਨਾਂ ਹੈ ਨਹੀਂ ਸੀਗੀ ਉਹਨਾਂ ਲਿਸਟਾਂ ਦੇ ਵਿੱਚ, ਬਿਕੋਜ਼ ਇਹਨਾਂ ਵਿੱਚੋਂ 7 ਆਰ ਆਈ ਥਿੰਕ 6 or 7 ਆਰ ਫॉर द ਮਰਡਰ ਆਫ ਬੇਅੰਤ ਸਿੰਘ ਹੈ, ਤੇ 2 ਜਿਹੜੇ ਹੈਗੇ ਨੇ ਭਾਈ ਦਵਿੰਦਰਪਾਲ ਭੁੱਲਰ ਤੇ ਗੁਰਪ੍ਰੀਤ ਖੇਰਾ ਜੀ, ਉਹ ਐਕਚੁਅਲੀ ਮਿਲੀਟੈਂਸੀ ਦੇ ਅਫੈਕਟਡ ਬੰਦੇ ਹੈਗੇ ਨੇ। ਹੁਣ ਮਰਡਰ ਐਂਡ ਅਸਾਸੀਨੇਸ਼ਨ ਅਟੈਂਪਟਸ ਦੇ ਵਾਸਤੇ ਡਿਫਰੈਂਟ ਧਾਰਾਵਾਂ ਲੱਗਦੀਆਂ ਨੇ, ਮਿਲੀਟੈਂਸੀ ਵਾਸਤੇ ਡਿਫਰੈਂਟ ਲੱਗਦੀਆਂ ਨੇ। ਦੂਸਰਾ ਹਰਦੀਪ ਸਿੰਘ ਜਿਹੜੇ ਨੇ ਨਾ, ਉਹ ਪੀਰ ਮੁਹੰਮਦ ਸਾਹਿਬ, ਉਹਨਾਂ ਦਾ ਨਾਮ ਬਾਪੂ ਸੂਰਤ ਸਿੰਘ ਨੇ ਦਿੱਤਾ ਸੀਗਾ, ਉਹ ਅਲੱਗ ਨੇ ਮੇਰਾ ਖਿਆਲ ਗੁਰਪ੍ਰੀਤ ਖੇਰਾ ਕੋਲੋਂ। ਇਹ ਕਾਫੀ ਇਹਨਾਂ ਚੀਜ਼ਾਂ 'ਚ ਕਨਫਿਊਜ਼ਨ ਹੈ। ਐਨੀਵੇ,
ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਨਾ ਕਿ ਸੁਪਰੀਮ ਕੋਰਟ, ਦੇਖੋ ਮੈਂ ਲਾਇਰ ਹੈ ਨਹੀਂ, ਪਰ ਮੈਨੂੰ ਇਸ ਪਾਰਟਿਕੂਲਰ ਇਹਦੇ ਵਿੱਚ ਕਾਫੀ ਇੰਟਰਸਟ ਹੈ ਇਸ ਕੇਸ ਦੇ ਵਿੱਚ, ਤੋਂ ਮੈਂ ਜੋ ਪੜ੍ਹਿਆ ਉਹ ਹੀ ਦੱਸ ਰਿਹਾ। ਸੁਪਰੀਮ ਕੋਰਟ ਨੇ ਰਿਮਿਸ਼ਨ ਆਫ ਲਾਈਫ ਟਰਮਸ ਨੂੰ ਬੰਦ ਕੀਤਾ ਹੋਇਆ ਹੈ, ਤੇ ਉਹਦੇ ਵਾਸਤੇ ਫਿਰ ਸੁਪਰੀਮ ਕੋਰਟ ਦੇ ਕੋਲ ਕੋਈ ਦੂਸਰੀ ਤਹਿਲੀਜ ਲੈ ਕੇ ਜਾਣ ਦੀ ਜ਼ਰੂਰਤ ਹੁੰਦੀ ਹੈ। ਮੈਂ ਸੁਣਿਆ ਕਿ ਆਰਟੀਕਲ 72 ਦੇ ਵਿੱਚ ਇਹ ਗਵਰਨਮੈਂਟ, ਜਿਹੜੀ ਸਟੇਟ ਗਵਰਨਮੈਂਟ ਹੈ, ਪ੍ਰੈਜ਼ੀਡੈਂਟ ਨੂੰ ਅਪਰੋਚ ਕਰ ਸਕਦੀ ਹੈ ਫॉर ਪਰਮਨੈਂਟ ਬੇਲ, ਪਰਮਨੈਂਟ ਪੈਰੋਲ। ਤੇ ਅਗਰ ਅਸੀਂ ਘੱਟ ਤੋਂ ਘੱਟ ਅਗਰ ਉਹਨਾਂ ਦੀ ਫੁੱਲ ਰਿਹਾਈ ਨਹੀਂ ਕਰ ਸਕਦੇ ਤੇ ਘੱਟ ਤੋਂ ਘੱਟ ਪਰਮਨੈਂਟ ਪੈਰੋਲ ਤੋਂ ਸ਼ੁਰੂ ਕਰੀਏ ਤੇ ਫਿਰ ਫੁੱਲ ਰਿਹਾਈ ਦੀ ਗੱਲ ਕਰੀਏ। ਸੋ ਮੈਂ ਅੰਤ ਦੇ ਵਿੱਚ ਇਹੋ ਹੀ ਕਹਿਣਾ ਚਾਹਨਾ ਕਿ ਧਾਲੀਵਾਲ ਸਾਹਿਬ ਕਿ ਬੈਟਰ ਇਹ ਹੋਏਗਾ ਕਿ ਇਸ ਪਾਰਟਿਕੂਲਰ ਚੀਜ਼ ਨੂੰ ਅਸੀਂ ਪੋਲਿਟਿਕਸ ਕੋਲੋਂ ਉੱਤੇ ਰੱਖ ਕੇ ਰਲ ਮਿਲ ਕੇ ਕੋਈ ਨਾ ਕੋਈ ਇਹਦਾ ਤਰੀਕਾ ਕੱਢੀਏ। ਮੈਂ ਤੇ ਤਿਆਰ ਹਾਂ, ਮੈਂ ਪੀਰ ਮੁਹੰਮਦ ਸਾਹਿਬ ਦੇ ਨਾਲ ਹੁਣ ਵੀ ਗੱਲ ਕਰ ਰਿਹਾ ਸੀਗਾ। ਸਾਡੇ ਇੱਕ ਸਿੱਖ ਗੁਰਸਿੱਖ ਬੈਠੇ ਹੋਏ ਨੇ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਕਰੀਏ ਤੇ ਕਿਸੇ ਤਰ੍ਹਾਂ ਦੇ ਨਾਲ ਕੋਈ ਐਸੀ ਵਾਇਬਲ ਆਪਸ਼ਨਸ ਦਈਏ ਸੈਂਟਰਲ ਗਵਰਨਮੈਂਟ ਨੂੰ। ਦੇਖੋ ਸੈਂਟਰਲ ਗਵਰਨਮੈਂਟ ਅਲੱਗ ਹੈ, ਸਟੇਟ ਅਸੀਂ, ਮੈਂ ਪੂਰੀ ਬੀਜੇਪੀ ਪੰਜਾਬ ਇਸ ਗੱਲ ਦੇ ਹੱਕ ਦੇ ਵਿੱਚ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਪੋਲੀਟੀਕਲੀ ਵੀ ਸਾਨੂੰ ਇਸ ਚੀਜ਼ ਦੇ ਉੱਤੇ ਲੀਵਰੇਜ ਮਿਲੇਗੀ, ਉਹ ਤੇ ਤੁਸੀਂ ਸਮਝ ਹੀ ਸਕਦੇ ਹੋ ਕਿਉਂ ਨਹੀਂ ਮਿਲੇਗੀ ਅਗਰ ਅਸੀਂ ਐਡਾ ਵੱਡਾ ਕਰਨਲ ਸਾਹਿਬ ਤੁਹਾਡੀ ਤਕਰੀਰ ਤੋਂ ਕਾਫੀ ਆਸ ਜਾਗ ਰਹੀ ਹੈ। ਇਹ ਜਿਹੜਾ ਭਰੋਸਾ ਤੁਸੀਂ ਇੱਥੇ ਮੈਨੂੰ ਦਿਵਾ ਰਹੇ ਹੋ ਕਿ ਪੰਜਾਬ ਭਾਜਪਾ ਦਾ ਇੱਕ ਵਫਦ ਜਾ ਕੇ ਜਿਹੜਾ ਮੋਰਚਾ ਲੱਗਿਆ ਉੱਥੇ ਵੀ ਮੁਲਾਕਾਤ ਕਰੇਗਾ? ਇਹ ਤੁਹਾਡਾ ਪੁਆਇੰਟ ਹੈ, ਮੈਂ ਜ਼ਰੂਰ ਆਪਣੀ ਲੀਡਰਸ਼ਿਪ ਦੇ ਅੱਗੇ ਰੱਖ ਦੇਵਾਂਗਾ। ਬਟ ਬੇਸਿਕਲੀ ਦੇਖੋ ਇਸ਼ੂ ਇਹ ਹੈਗਾ ਕਿ ਇਨ ਗਵਰਨਮੈਂਟ ਅਸੀਂ ਉਹ ਪੋਲੀਟੀਕਲੀ ਤੇ ਉਹਨਾਂ ਨੂੰ ਮਿਲਣ ਨੂੰ ਤਿਆਰ ਹਾਂ। ਮੈਂ ਤੁਹਾਡੇ ਇੱਥੇ ਕਹਿ ਰਿਹਾ ਕਿ ਸਾਡੇ ਦਿਲ 'ਚ ਬਹੁਤ ਹਮਦਰਦੀ ਹੈਗੀ ਹੈ ਇਸ ਗੱਲ ਦੇ ਵਾਸਤੇ, ਅਸੀਂ ਵੀ ਚਾਹੁੰਦੇ ਹਾਂ, ਪਰ ਅਸੀਂ ਇੱਕ ਸਟੇਟ ਲੈਵਲ ਯੂਨਿਟ ਹੈਗੇ ਆ, ਸਾਨੂੰ ਵੀ ਸੈਂਟਰ ਨੂੰ ਕੁਝ ਨਾ ਕੁਝ ਕਹਿਣਾ ਪਏਗਾ ਨਾ। ਤੇ ਮੈਂ ਇਹ ਦੁਬਾਰਾ ਕਹਾਂਗਾ ਕਿ ਬੈਟਰ ਇਹ ਰਹੇਗਾ ਕਿ ਅਸੀਂ ਪੋਲਿਟਿਕਸ ਤੋਂ ਉੱਤੇ ਉੱਠ ਕੇ ਨੈਸ਼ਨਲ ਕਮਿਸ਼ਨ ਆਫ ਮਾਈਨੋਰਿਟੀ ਦੇ ਚੇਅਰਮੈਨ ਦੇ ਨਾਲ ਗੱਲ ਕਰਕੇ ਕੋਈ ਇੱਕ ਵਾਇਬਲ ਗੱਲ ਕਰੀਏ ਕਿ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਤੇ ਉਸ ਗੱਲ ਨੂੰ ਅਸੀਂ ਡਾਇਰੈਕਟਲੀ ਜਿਹੜਾ ਹੋਮ ਮਿਨਿਸਟਰੀ ਤੱਕ ਪਹੁੰਚਾਈਏ, ਸ਼ਾਇਦ ਇਹਦੇ ਵਿੱਚੋਂ ਕੁਝ ਉਹਦੇ 'ਚ ਨਿਕਲ ਜਾਏ। ਪਰ ਸਟੇਟ ਗਵਰਨਮੈਂਟ ਕੀ ਹੈ, ਉਹ ਤੁਹਾਡੇ ਇੱਥੇ ਨਹੀਂ ਆਈ ਹੈ, ਤੁਹਾਡੇ ਕੀ ਕਹਿੰਦੇ ਨੇ ਸ਼ੋਅ ਦੇ ਇਹਦੇ 'ਚ ਡਿਬੇਟ ਦੇ ਵਿੱਚ ਵੀ ਨਹੀਂ ਆਈ ਹੈ, ਉਹ ਤੇ ਇਹ ਗੱਲਾਂ ਕਰਨੀਆਂ ਨਹੀਂ ਚਾਹੁੰਦੀ ਹੈ। ਤੇ ਲਾਸਟ ਪੁਆਇੰਟ ਮੈਂ ਦੁਬਾਰਾ ਸਟੇਟ ਗਵਰਨਮੈਂਟ ਨੂੰ ਇਹ ਰਿਕੁਐਸਟ ਕਰਾਂਗਾ ਕਿ ਇਸ ਗੱਲ ਨੂੰ ਇੱਥੋਂ ਤੱਕ ਨਾ ਖਿੱਚੋ ਕਿ ਇਸ ਤਰੀਕੇ ਦੀ ਵਾਇਲੈਂਸ ਹੋ ਜਾਏ। ਇਸ ਵਾਇਲੈਂਸ ਦੇ ਨਾਲ ਜਿਹੜਾ ਹਮ ਸੰਤਾਪ ਅਸੀਂ ਭੋਗ ਰਹੇ ਹਾਂ ਬੰਦੀ ਸਿੰਘਾਂ ਦਾ, ਵੀ ਆਰ ਗੋਇੰਗ ਦੈਟ ਵੇ ਆਲਸੋ। ਐਜ਼ ਅ ਸਿਕਿਉਰਿਟੀ ਐਨਾਲਿਸਟ ਮੈਂ ਦੱਸ ਰਿਹਾ ਕਿ ਜਿਹੜੀ ਸਿਚੁਏਸ਼ਨ ਹੈ ਪੰਜਾਬ 'ਚੋਂ ਬਹੁਤ ਵੋਲੇਟਾਈਲ ਹੈ, ਤੇ ਸਟੇਟ ਗਵਰਨਮੈਂਟ ਨੂੰ ਇਹਦੇ ਬਾਰੇ ਬਹੁਤ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ। ਹਰ ਗੱਲ ਦੇ ਵਿੱਚ ਛੋਟੇ-ਮੋਟੇ ਪੋਲਿਟਿਕਸ ਖੇਲਣੇ ਕੋਈ ਚੰਗੇ ਨਹੀਂ ਹੁੰਦੇ। ਠੀਕ ਹੈ ਪੀਰ ਮੁਹੰਮਦ ਸਾਹਿਬ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਜਿਵੇਂ ਕਰਨਲ ਸਾਹਿਬ ਨੇ ਕਿਹਾ ਕਿ ਅਸੀਂ ਗੱਲ ਕਰਾਂਗੇ ਔਰ ਜੇ ਗੱਲ ਬਣੀ ਤਾਂ ਅਸੀਂ ਜਾਵਾਂਗੇ ਵੀ, ਕੀ ਅਕਾਲੀ ਦਲ ਨੇ ਮੋਰਚੇ 'ਚ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ? ਬਿਲਕੁਲ ਜੀ, ਅਸੀਂ ਕਰਾਈ ਹੈ। ਔਰ ਜਿਸ ਦਿਨ ਐਡਵੋਕੇਟ ਕਦੋਂ ਤੇ ਕਿਵੇਂ ਕਰਵਾਈ ਹੈ? ਨਹੀਂ ਦੇਖੋ, ਜਿਸ ਦਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੇ ਨਾਲ ਸਾਬਕਾ ਪ੍ਰਧਾਨ ਜਿਹੜੇ ਐਸਜੀਪੀਸੀ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਆਗੂ ਨੇ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਈ ਰਜਿੰਦਰ ਸਿੰਘ ਮਹਿਤਾ ਤੇ ਬਹੁਤ ਸਾਰੇ ਹੋਰ ਆਗੂ, ਈਵਨ ਕਰਨੈਲ ਸਿੰਘ ਪੰਜੌਲੀ ਹੋਰੀ ਉਸ ਤੋਂ ਪਹਿਲਾਂ, ਲਗਾਤਾਰ ਅਕਾਲੀ ਦਲ ਦੇ ਜਿਹੜੇ ਆਗੂ ਸਾਹਿਬਾਨ ਨੇ ਉੱਥੇ ਜਾ ਰਹੇ ਨੇ। ਤੇ ਉੱਥੇ ਉਸ ਦਿਨ ਜਿਹੜੀ ਮਾੜੀ ਘਟਨਾ ਵੀ ਵਾਪਰੀ ਸੀ, ਜਿਹੜਾ ਬੋਲ ਕਬੋਲ ਹੋਇਆ ਸੀ, ਉਹਦੇ ਵਿੱਚ ਵੀ ਜਿਹੜਾ ਇਹ ਹੈਗਾ ਜੀ ਬੰਦੀ ਸਿੰਘ ਰਿਹਾਈ ਮੋਰਚਾ, ਉਹਨਾਂ ਨੇ ਬਕਾਇਦਾ ਇਸ ਗੱਲ ਤੇ ਅਫਸੋਸ ਪ੍ਰਗਟ ਕੀਤਾ ਸੀ ਕਿ ਇਹ ਇਸ ਤਰ੍ਹਾਂ ਦਾ ਘਟਨਾਕ੍ਰਮ ਨਹੀਂ ਸੀ ਹੋਣਾ ਚਾਹੀਦਾ। ਦੂਜੀ ਗੱਲ ਜਿਹੜੀ ਅੱਜ ਦੀ ਡਿਬੇਟ ਦੇ ਵਿੱਚੋਂ ਮੈਂ ਨਵਜੋਤ ਕਹਾਂਗਾ ਕਿ ਤੁਸੀਂ ਬਹੁਤ ਵਧੀਆ ਇੱਕ ਪੁਆਇੰਟ ਦਿੱਤਾ ਤੇ ਜਿਹਦਾ ਬੜਾ ਵਧੀਆ ਕਰਨਲ ਸਾਹਿਬ ਨੇ ਵੀ ਜਵਾਬ ਦਿੱਤਾ ਕਿ ਦੇਖੋ ਕੋਈ ਵੀ ਗੱਲ ਹੁੰਦੀ ਹੈ ਉਹ ਟੇਬਲ ਟਾਕ ਜਿਹੜੀ ਹੈ ਉਹ ਕਦੇ ਵੀ ਬੰਦ ਨਹੀਂ ਹੋਣੀ ਚਾਹੀਦੀ। ਤਾਂ ਉਹਦੇ ਲਈ ਇਸ ਵੇਲੇ ਸਭ ਤੋਂ ਜ਼ਰੂਰੀ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਜਿਸ ਦੀ ਸਰਕਾਰ ਹੈ, ਉਹਨਾਂ ਦੇ ਨੁਮਾਇੰਦੇ ਜਿਹੜੇ ਆ ਉਹ ਬੰਦੀ ਸਿੰਘ ਰਿਹਾਈ ਮੋਰਚਾ ਦੇ ਨਾਲ ਸੰਪਰਕ ਕਰਨ ਤੇ ਇੱਕ ਤਾਂ ਉਹਨਾਂ ਦੇ ਨਾਲ ਤਾਲਮੇਲ ਰੱਖ ਕੇ ਉਹਨਾਂ ਕੋਲ ਸਹੀ ਜਾਣਕਾਰੀ ਲੈਣ ਤਾਂ ਕਿ ਗੱਲ ਅੱਗੇ ਵੱਧ ਸਕੇ। ਦੂਸਰੀ ਗੱਲ ਇਹ ਆ ਕਿ ਇਹਦੇ ਲਈ ਇੱਛਾ ਸ਼ਕਤੀ ਜਿਹੜੀ ਹੈ ਨਾ ਉਹ ਸਾਨੂੰ ਉਜਾਗਰ ਕਰਨੀ ਪਵੇਗੀ, ਕਿਉਂਕਿ ਇਹ ਜਿਹੜਾ ਮਸਲਾ ਹੈ ਇਸ ਦੇ ਵਿੱਚੋਂ ਜੇ ਕੋਈ ਕਹੇ ਕਿ ਮੈਂ ਰਾਜਨੀਤਿਕ ਫਾਇਦਾ ਲੈ ਲਵਾਂ ਤੇ ਫਾਇਦਾ ਕਰਦੇ ਕਰਦੇ ਅਸੀਂ ਸਟੇਟ ਨੂੰ ਫਿਰ ਅੱਗ ਵੱਲ ਝੋਕ ਦਈਏ ਤਾਂ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੋਵੇਗੀ। ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜਾ ਇਹ ਘਟਨਾਕ੍ਰਮ ਵਾਪਰਿਆ, ਜਿਸ ਦੇ ਵਿੱਚ ਸਾਡੀਆਂ 2-3 ਪੀੜ੍ਹੀਆਂ ਖੱਪ ਗਈਆਂ ਨੇ, ਤੇ ਅੱਜ ਸਾਡੇ ਨੌਜਵਾਨ ਜਿਸ ਪੱਧਰ ਦੇ ਉੱਤੇ ਬੇਰੁਜ਼ਗਾਰੀ ਦੀ ਹਾਲਤ ਦੇ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਨੇ, ਇੱਥੇ ਨਸ਼ਿਆਂ ਦਾ ਪ੍ਰਕੋਪ ਚੱਲ ਰਿਹਾ, ਤਾਂ ਸਾਡਾ ਪੰਜਾਬ ਤਰੱਕੀ ਕਦੋਂ ਕਰੇਗਾ, ਕਦੋਂ ਖੁਸ਼ਹਾਲੀ ਕਰੇਗਾ, ਕਦੋਂ ਸਹੀ ਲੀਹ ਦੇ ਉੱਤੇ ਆਵੇਗਾ?
ਕੋਈ ਵੀ ਮਾਂ-ਬਾਪ ਨਹੀਂ ਚਾਹੁੰਦਾ ਕਿ ਉਸ ਦਾ ਬੱਚਾ ਜਿਹੜਾ ਹੈ ਉਹ ਗਲਤ ਪਾਸੇ ਜਾਵੇ ਜਾਂ ਉਹ ਵਾਇਲੈਂਟ ਹੋ ਕੇ ਕੋਈ ਇਹੋ ਜਿਹਾ ਕੰਮ ਕਰੇ। ਸੋ ਉਹਦੇ ਲਈ ਸਾਨੂੰ ਦਿਲ ਦਿਮਾਗ ਤੋਂ ਕੰਮ ਲੈਣਾ ਪਵੇਗਾ ਔਰ ਵਿਸ਼ਾਲ ਘੇਰਾ ਬਣਾ ਕੇ ਉਸ ਦੇ ਵਿੱਚ ਮੈਂ ਤਾਂ ਇੱਕ ਰਾਏ ਦੇਣ ਲੱਗਾ ਸੀ, ਇਹਦੇ ਉੱਤੇ ਸਰਵ ਪਾਰਟੀ ਮੀਟਿੰਗ ਕਰਕੇ ਜਿਹੜੀ ਮੌਜੂਦਾ ਸਰਕਾਰ ਹੈ, ਚਾਹੇ ਕੇਂਦਰ ਸਰਕਾਰ ਹੈ, ਚਾਹੇ ਪੰਜਾਬ ਸਰਕਾਰ ਹੈ, ਯੂਟੀ ਪ੍ਰਸ਼ਾਸਨ ਹੈ, ਸਾਰੇ ਕੋਈ ਇਹੋ ਜਿਹਾ ਦਾ ਹੱਲ ਕੱਢਣ ਵਾਲੇ ਸੋਚਣ ਤਾਂ ਸਹੀ। ਤੁਸੀਂ ਦੇਖੋ ਕਿ ਕੋਈ ਰਾਜਨੀਤਿਕ ਪਾਰਟੀ ਕੋਈ ਧਰਨਾ ਮੁਜ਼ਾਹਰਾ ਕਰਦੀ ਹੈ, ਆਪਾਂ ਦੇਖਿਆ ਅੰਨਾ ਹਜ਼ਾਰਾ ਅੰਦੋਲਨ, ਤੇ ਉਹਦੇ ਵਿੱਚ ਹਰ ਮਿੰਟ ਦੀ ਮੋਨੀਟਰਿੰਗ ਹੁੰਦੀ ਸੀ ਕਿ ਹੁਣ ਅੰਨਾ ਹਜ਼ਾਰਾ ਜੀ ਕੀ ਕਰ ਰਹੇ ਨੇ, ਹੁਣ ਕੇਜਰੀਵਾਲ ਜੀ ਕੀ ਕਰ ਰਹੇ ਨੇ। ਫਿਰ ਰਾਹੁਲ ਗਾਂਧੀ ਹੋਰਾਂ ਨੇ ਪੰਜਾਬ ਯਾਤਰਾ ਕੀਤੀ, ਹਿੰਦੁਸਤਾਨ ਦੀ ਯਾਤਰਾ ਕੀਤੀ ਹੈ, ਉਹਦੇ ਉੱਤੇ ਤੁਸੀਂ ਦੇਖੋ ਕਿਸ ਪੱਧਰ ਦੀ ਉੱਤੇ ਸਾਰਾ ਕੁਝ ਹੋ ਰਿਹਾ ਸੀ। ਲੇਕਿਨ ਇਸ ਦਾ ਮਤਲਬ ਇਹ ਨਹੀਂਗਾ ਕਿ ਜੇ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਮੋਰਚਾ ਲੱਗਾ ਹੈ ਤੇ ਕਿਸੇ ਮੇਰਾ ਨਾ ਸਵਾਲ ਦਾ ਮਕਸਦ ਮੰਤਵ ਇਹ ਸੀ ਪੀਰ ਮੁਹੰਮਦ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਉੱਥੇ ਗਿਆ ਜਾਂ ਨਹੀਂ ਗਿਆ, ਕਿਉਂਕਿ ਇਹ ਤਾਂ ਲੱਗੇ ਨਾ ਕੋਈ ਸਾਡੇ ਨਾਲ ਖੜਾ ਹੈ, ਕੋਈ ਸਾਡੇ ਨਾਲ ਗੱਲ ਕਰ ਰਿਹਾ, ਠੀਕ ਹੈ, ਬੋਲ ਕਬੋਲ ਹੋਇਆ, ਬੋਲ ਕਬੋਲ ਘਰ ਦੇ ਵਿੱਚ ਵੀ ਹੋ ਜਾਂਦਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਮੋਰਚੇ ਤੇ ਗਏ ਜਾਂ ਜਾਣਗੇ? ਨਹੀਂ, ਦੇਖੋ ਉਹਦੇ ਵਿੱਚ ਕੀ ਹੈ ਕਿ ਜਿਹੜਾ ਇਸ ਮੋਰਚੇ ਨੂੰ 2-3 ਤਰੀਕੇ ਦੇ ਨਾਲ ਚਲਾਇਆ ਜਾ ਰਿਹਾ, ਇਹਦਾ ਹੀ ਇੱਕ ਪਾਰਟ ਜਿਹੜਾ ਅਸੀਂ ਪਹਿਲਾਂ ਤੋਂ ਸ਼ੁਰੂ ਕੀਤਾ ਹੋਇਆ ਉਹ ਹੈਗਾ ਦਸਤਕੀ ਮੁਹਿੰਮ, ਕਿ ਅਸੀਂ ਜਿਹੜੇ ਦਸਤਕ ਕਰਵਾ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ, ਦੇਸ਼ ਦੁਨੀਆ ਦੇ ਸਿੱਖਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਨਲਾਈਨ ਵੀ ਇਹਨੂੰ ਖੋਲ ਦਿੱਤਾ ਜਾਏਗਾ ਔਰ ਉਹਦੇ ਵਿੱਚ ਹੁਣ ਤੱਕ 15 ਲੱਖ ਦੇ ਕਰੀਬ ਦਸਤਕ ਹੋ ਚੁੱਕੇ ਆ। ਉਹ ਅਸੀਂ ਗਵਰਨਰ ਸਾਹਿਬ ਦੇ ਥਰੂ ਰਾਸ਼ਟਰਪਤੀ ਸਾਹਿਬ ਨੂੰ ਦੇਣੇ ਆ ਤੇ ਨਾਲ ਹੀ ਉਹਦੇ ਉੱਤੇ ਇੱਕ ਪ੍ਰੈਜੈਂਟੇਸ਼ਨ ਬਣਾ ਕੇ ਅਸੀਂ ਸੰਯੁਕਤ ਰਾਸ਼ਟਰ ਨੂੰ ਉਹ ਦੇਣੀ ਹੈ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਆਪਣੀ ਰਣਨੀਤੀ ਹੈ ਕਿ ਅਸੀਂ ਉੱਥੇ ਦੇਖੋ, ਜੇ ਅਸੀਂ ਉੱਥੇ ਜਾਂਦੇ ਆ ਤਾਂ ਉੱਥੇ ਇਹ ਵੀ ਇੱਕ ਲਿਆ ਜਾਂਦਾ ਕਿ ਚਾਹੇ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦੇ ਮੋਰਚੇ ਲਵਾ ਰਿਹਾ, ਇਹ ਸਿੱਖਾਂ ਦੀ, ਪੰਜਾਬੀਆਂ ਦੀ ਇੱਕ ਆਪਣੀ ਭਾਵਨਾ ਹੈ, ਉਹਦਾ ਪ੍ਰਗਟਾਵਾ ਕਰ ਰਹੇ। ਇਕੱਲਾ ਇੱਥੇ ਨਹੀਂ ਮੋਰਚਾ ਲੱਗਾ, ਬਾਈਬਲ ਕਲਾਂ ਦੇ ਵਿੱਚ ਵੀ ਮੋਰਚਾ ਲੱਗਾ ਹੋਇਆ, ਉੱਥੇ ਵੀ ਇਹਨਾਂ ਨੇ ਵਾਅਦਾ ਕੀਤਾ ਸੀ 24 ਘੰਟੇ ਵਿੱਚ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। ਲੇਕਿਨ ਅੱਜ ਤੱਕ ਕਿੰਨੀਆਂ ਸਰਕਾਰਾਂ ਬਣ ਗਈਆਂ, ਮੈਂ ਕਹਿੰਦਾ ਕਿ ਸਾਡੇ ਕੋਲ ਵੀ ਆਪਣੇ ਸਮੇਂ ਨਗੈਲੀਆਂ ਹੋਈਆਂ ਨੇ, ਲੇਕਿਨ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ, ਉਹਨਾਂ ਦੀ ਸਰਕਾਰ ਚਲੀ ਗਈ, ਫਿਰ ਚੰਨੀ ਸਰਕਾਰ ਆਈ, ਉਹ ਚਲੀ ਗਈ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਵੀ ਉੱਥੇ ਕੁਝ ਨਹੀਂ ਕਰ ਰਹੇ। ਬਿਲਕੁਲ ਇਸੇ ਕਰਕੇ ਚਰਚਾ ਕਰਨੀ ਪਈ ਹੈ ਵੀ ਸਰਕਾਰਾਂ ਆ ਰਹੀਆਂ ਨੇ, ਜਾ ਰਹੀਆਂ ਨੇ, ਮਸਲੇ ਪੰਜਾਬ ਦੇ ਜਿਉਂ ਦੀ ਤਿਉਂ ਖੜੇ ਨੇ, ਪੰਜਾਬ ਨੂੰ ਮਸਲਿਆਂ 'ਚ ਉਲਝਾਇਆ ਜਾ ਰਿਹਾ ਹੈ। ਜੋ ਪੰਜਾਬ ਦੀ ਅਸਲ ਮੰਗਾਂ ਨੇ, ਜਿੱਥੋਂ ਪੰਜਾਬ ਦੀ ਜ਼ਰਖੇਜ਼ ਮਿੱਟੀ ਜਿਹੜੀ ਕਿ ਪਲੀਤ ਹੁੰਦੀ ਜਾ ਰਹੀ ਹੈ, ਉਹਦੀ ਹਲੇ ਗੱਲ ਕਰਨੀ ਬਹੁਤ ਬਾਕੀ ਪਈ ਹੈ, ਜਿਹੜੀ ਕਿ ਪੰਜਾਬ ਨੂੰ ਹੋਰ ਪਾਸੇ ਉਲਝਾਇਆ ਜਾ ਰਿਹਾ ਹੈ। ਅਸੀਂ ਇਹਨਾਂ ਨੂੰ ਹੱਲ ਕਰਾ ਕੇ ਅਗਲੀ ਗੱਲਾਂ ਕਰੀਏ, ਅਗਲੀ ਕਰ, ਪਰ ਨਹੀਂ ਹੋ ਰਹੀਆਂ। ਕਿਉਂ ਨਹੀਂ ਹੋ ਰਹੀਆਂ ਅਸੀਂ ਲੋਕ ਸਭ ਜਾਣਦੇ ਆ। ਮੈਂ ਸੰਧੂ ਸਾਹਿਬ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ, ਦੋ ਪਾਰਟੀਆਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਭਰੋਸਾ ਦਿੱਤਾ, ਧਰਵਾਸ ਦਿੱਤਾ ਕਿ ਗੱਲ ਕਰਾਂਗੇ, ਜਾਵਾਂਗੇ, ਜਾਂਦੇ ਨਹੀਂ ਜਾਂਦੇ ਮੈਨੂੰ ਨਹੀਂ ਪਤਾ, ਕੀ ਕਾਂਗਰਸ ਦਾ ਵਫਦ ਵੀ ਜਾਏਗਾ? ਦੇਖੋ, ਕਾਂਗਰਸ ਜਾਵੇ ਜਾਂ ਨਾ ਜਾਵੇ, ਕਾਂਗਰਸ ਨੇ ਕਦੀ ਵੀ, ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਿਹਾ, ਵਿਰੋਧ ਨਹੀਂ ਕੀਤਾ। ਕਈ ਵਾਰੀ ਕੀ ਹੁੰਦਾ ਹੈ ਵੀ ਤੁਹਾਨੂੰ ਧਰਨੇ ਪ੍ਰਦਰਸ਼ਨ 'ਚ, ਮੈਂ ਦੱਸਦਾ ਗੱਲ ਇੰਨੀ ਸੌਖੀ ਨਹੀਂ ਹੈਗੀ, ਤੁਸੀਂ ਕਿਹਾ ਵੀ ਜਾਵੇ ਨਾ ਜਾਵੇ। ਬੇਨਤੀ ਸੁਣੋ, ਜਦੋਂ ਸਾਡੇ ਘਰ 'ਚੋਂ ਕਿਸੇ ਰਿਸ਼ਤੇਦਾਰ ਨੂੰ, ਕਿਸੇ ਦੋਸਤ ਮਿੱਤਰ ਨੂੰ, ਕਿਸੇ ਨੂੰ ਸੱਟ ਫੇਟ ਲੱਗ ਜਾਏ, ਹਸਪਤਾਲ ਭਰਤੀ ਹੁੰਦਾ, ਅਸੀਂ ਜਾਂਦੇ ਆ ਨਾ, ਇੱਕ ਧਰਵਾਸ ਹੁੰਦਾ, ਇੱਕ ਹੌਸਲਾ ਹੁੰਦਾ, ਇੱਕ ਜ਼ਖਮ ਦੇ ਉੱਤੇ ਮੱਲਮ ਦੇ ਤੌਰ ਦੇ ਉੱਤੇ ਅਸੀਂ ਆਪਣੇ ਕਦਮ ਲੈ ਕੇ ਜਾਂਦੇ ਆ। ਤੁਸੀਂ ਬੜੇ ਸੌਖੇ ਕਹਿੰਦਾ ਕਿ ਜਾਵੇ ਨਾ ਜਾਵੇ। ਮੈਂ ਬੇਨਤੀ ਸੁਣਨਾ, ਗੱਲ ਇਹ ਹੈ ਵੀ ਕਈ ਵਾਰੀ ਕੀ ਹੁੰਦਾ ਹੈ ਵੀ ਤੁਸੀਂ ਕਿਸੇ ਧਰਨੇ ਤੇ ਬਿਨ ਬੁਲਾਏ ਜਾਓ ਤੇ ਤੁਹਾਨੂੰ ਨੁਕਸਾਨ ਹੁੰਦਾ। ਲਾਈਕ ਤੁਸੀਂ ਵੇਖਿਆ ਅਕਾਲੀ ਦਲ ਗਿਆ, ਉਹਨਾਂ ਨੂੰ ਨੁਕਸਾਨ ਹੋਇਆ, ਬਿਨਾਂ ਬੁਲਾਏ ਗਏ ਸੀ। ਦੇਖੋ, ਸਾਨੂੰ ਜੇ ਬੁਲਾਉਂਦੇ ਆ ਅਸੀਂ ਜ਼ਰੂਰ ਜਾਵਾਂਗੇ। ਤੁਸੀਂ ਅਰਜੀ ਭੇਜ ਦਿਓ ਕਿ ਅਸੀਂ ਆਉਣਾ ਚਾਹੁੰਦੇ। ਨਾ, ਦੇਖੋ, ਤੁਸੀਂ ਕਿਸੇ ਵਿਆਹ ਤੇ ਜਾਣਾ, ਤੁਸੀਂ ਅਰਜੀ ਥੋੜੀ ਭੇਜਣੀ ਹੁੰਦੀ ਹੈ, ਉਹ ਤੁਹਾਨੂੰ ਵਿਆਹ ਤੇ ਇਨਵਾਈਟ ਕਰਦੇ। ਵਿਆਹ ਥੋੜੀ ਹੈ ਨਾ, ਮੈਂ ਬੇਨਤੀ ਕਰ ਰਿਹਾ ਨਾ, ਬੇਨਤੀ ਸੁਣੋ, ਵਿਆਹ ਦੀ ਗੱਲ ਨਹੀਂ ਕਰ, ਮੈਂ ਇੱਕ ਮਿਸਾਲ ਦੇ ਰਿਹਾ। ਉਸ ਧਰਨੇ, ਗਲਤ ਦੇ ਰਹੇ, ਉਹ ਵਿਆਹ ਥੋੜੀ ਹੈ, ਉਸ ਧਰਨੇ ਦੇ ਜ਼ਖਮ ਨੇ, ਉਸ ਧਰਨੇ ਜ਼ਖਮਾਂ ਤੇ ਮੱਲਮ ਲਾਉਣ, ਮੱਲਮ ਦੇ ਲਈ ਕਦਮ ਚੱਲ ਕੇ ਜਾਣਾ ਪੈਂਦਾ ਨਾ। ਮੈਂ ਤੁਹਾਨੂੰ ਪਹਿਲੋਂ ਕਿਹਾ, ਅਸੀਂ ਕਦੀ ਵਿਰੋਧ ਕੀਤਾ ਹੀ ਨਹੀਂ। ਸਾਨੂੰ ਸੱਦਣ, ਅਸੀਂ ਨਾ ਜਾਈਏ, ਫਿਰ ਤੁਸੀਂ ਸਾਨੂੰ ਕਹੋ। ਪਰ ਜੇ ਸਾਡੇ ਜਾਣ ਕਰਕੇ ਹੋ ਸਕਦਾ ਉੱਥੇ 2-4 ਬੰਦੇ, ਕੋਈ ਸ਼ਰਾਰਤੀ ਅੰਸਰ ਹੋਣ ਜਾਂ ਹੋਰ ਕੋਈ ਹੋਵੇ ਤੇ ਗੜਬੜ ਹੋਵੇ, ਮੋਰਚਾ ਖਰਾਬ ਹੋਵੇ, ਉਹਦੇ ਨਾਲ ਬੈਟਰ ਨਹੀਂ ਨਾ ਜਾਣਾ। ਤੁਸੀਂ ਸੱਦਣ, ਸਾਨੂੰ ਸਦਭਾਵਨਾ ਕਮੇਟੀ ਬਿਠਾਣ, ਜਿਸ ਤਰ੍ਹਾਂ ਜੈਬਾਨ ਸਿੰਘ ਨੇ ਦਿਲ ਖੋਲ ਕੇ ਗੱਲ ਕੀਤੀ ਹੈ, ਠੀਕ ਹੈ, ਵਧੀਆ ਗੱਲ ਹੈ, ਬਹੁਤ ਸੋਹਣੀ ਡਿਬੇਟ ਹੋਈ ਹੈ। ਜੇ ਸੱਦਣ, ਸਦਭਾਵਨਾ ਕਮੇਟੀ ਬੈਠੇ, ਸਾਰੀ ਪਾਰਟੀਆਂ ਬੈਠਣ, ਅਸੀਂ ਜ਼ਰੂਰ ਜਾਵਾਂਗੇ, ਸਾਨੂੰ ਜਾਂਚ ਕੋਈ ਹਰਜੀ ਨਹੀਂਗਾ। ਠੀਕ ਹੈ, ਮੈਂ ਇੱਕ ਇਸੇ ਆਸ ਦੇ ਨਾਲ ਇਸ ਚਰਚਾ ਨੂੰ ਇੱਥੇ ਵਿਰਾਮ ਲਾਉਂਗਾ। ਜੇ ਇਹ ਚਰਚਾ ਜਿੰਨੀ ਸਾਦਗੀ ਦੇ ਨਾਲ, ਸਾਰਥਕ ਤਰੀਕੇ ਨਾਲ ਹੋਈ ਹੈ,
ਤੇ ਇਹ ਅਮਲ ਦੇ ਵਿੱਚ ਵੀ ਉਸੇ ਤਰੀਕੇ ਨਾਲ ਹੋਵੇ ਤਾਂ ਜੋ ਕਿ ਅਸੀਂ ਦਿਖਾ ਸਕੀਏ ਕਿ ਇਸ ਚਰਚਾ ਤੋਂ ਬਾਅਦ ਗੱਲ ਛਿੜਨ ਤੋਂ ਬਾਅਦ ਇਹ ਗੱਲ ਕਿਸੇ ਤਣ ਪੱਤਣ ਲੱਗੀ ਤੇ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ, ਆਪਣੇ ਆਪ ਨੂੰ ਖੁਸ਼ਨਸੀਬ ਸਮਝਾਂਗੇ ਕਿ ਇੱਥੋਂ ਤੁਰੀ ਗੱਲ ਕਿਸੇ ਹੀਲੇ ਲੱਗ ਸਕੀ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਭ ਦਾ ਮਸ਼ਕੂਰ ਰਹਿਣੀ ਹੈ ਕਿ ਤੁਸੀਂ ਅੱਧੇ ਬੋਲ ਤੇ ਸਾਡੇ ਕੋਲ ਆਏ। ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸੋ ਗੱਲ ਇਹ ਹੈ ਕਿ ਪੰਜਾਬ ਨੇ ਹਰ ਮੋਰਚੇ 'ਚ ਜੇ ਕੁਝ ਹਾਸਲ ਕੀਤਾ, ਕੁਰਬਾਨੀਆਂ ਬਹੁਤ ਦੇਣੀਆਂ ਪਈਆਂ ਨੇ, ਸ਼ਹਾਦਤਾਂ ਬਹੁਤ ਦੇਣੀਆਂ ਪਈਆਂ ਨੇ, ਲਹੂ ਬਹੁਤ ਡੁੱਲਿਆ। ਹਰ ਵਾਰ ਸਾਨੂੰ ਆਪਣੇ ਪੁੱਤ ਗਵਾਉਣੇ ਪਏ ਆ, ਸਾਨੂੰ ਹਰ ਵਾਰ ਆਪਣੀਆਂ ਜਾਨਾਂ ਦੇਣੀਆਂ ਪਈਆਂ ਨੇ, ਸਾਨੂੰ ਚੁੰਨੀਆਂ ਰੋਲਣੀਆਂ ਪਈਆਂ, ਸਿਰਾਂ ਦੇ ਸਾਈ ਤੁਰ ਗਏ। ਸੋ ਅਜਿਹਾ ਕੁਝ ਮੁੜ ਨਾ ਵਾਪਰੇ। ਸਮਾਂ ਰਹਿੰਦਿਆਂ ਸਰਕਾਰਾਂ ਨੂੰ ਇਸ ਵੱਲ ਗੌਰ ਕਰਕੇ ਇਸ ਨੂੰ ਜਲਦ ਤੋਂ ਜਲਦ ਹੱਲ ਕਰ ਦੇਣਾ ਚਾਹੀਦਾ। ਰੋਜ਼ਾਨਾ ਸਪੋਕਸਮੈਨ ਦੇ ਵਿੱਚ ਕਿਸੇ ਹੋਰ ਵਿਸ਼ੇ ਨਾਲ ਇਸ ਚਰਚਾ ਦੇ ਵਿੱਚ ਤੁਹਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।